ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਬਹੁਤ ਸਾਰੀਆਂ ਖਬਰਾਂ ਦੇ ਉੱਤੇ ਗੱਲਬਾਤ ਹੁੰਦੀ ਹੈ, ਪਰ ਅੱਜ ਦਾ ਇਹ ਵਿਸ਼ਾ ਜਿਹੜਾ ਅਸੀਂ ਕਿਸਾਨੀ ਦੇ ਉੱਤੇ ਰੱਖਿਆ ਜਾਵੇਗਾ, ਕਿਉਂਕਿ ਕਿਸਾਨ ਦੇ ਵਿਰੁੱਧ ਜੋ ਬਿੱਲ ਹੈਗੇ ਆ, ਕਿਸਾਨੀ ਦੇ ਵਿਰੁੱਧ ਜੋ ਬਿੱਲ ਹੈਗੇ ਨੇ ਉਹ ਪਾਸ ਕਰ ਦਿੱਤੇ ਗਏ ਨੇ। ਚਾਹੇ ਉਹ ਰਾਜ ਸਭਾ ਦੀ ਗੱਲ ਹੈ, ਲੋਕ ਸਭਾ ਦੀ ਗੱਲ ਹੈ, ਦੋਨਾਂ ਸੰਸਦਾਂ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕੇ ਨੇ ਤੇ ਹੁਣ ਸਿਰਫ ਲੋੜ ਹੈ ਰਾਸ਼ਟਰਪਤੀ ਦੇ ਸਿਗਨੇਚਰ ਹੋਣ ਦੀ। ਜੇ ਰਾਸ਼ਟਰਪਤੀ ਦੇ ਸਿਗਨੇਚਰ ਹੋ ਜਾਂਦੇ ਨੇ ਤਾਂ ਇਹ ਬਿੱਲ ਲਾਗੂ ਹੋ ਜਾਵੇਗਾ, ਇਹ ਬਿੱਲ ਕਾਨੂੰਨ ਬਣ ਜਾਵੇਗਾ ਤੇ ਉਸ ਨੂੰ ਕੋਈ ਵੀ ਨਹੀਂ ਰੋਕ ਸਕਦਾ। ਪਰ ਹੁਣ ਇੱਥੇ ਸਵਾਲ ਹੈ ਕਿ ਰਾਸ਼ਟਰਪਤੀ ਦੇ ਦਸਤਖਤ ਹੋਣ ਤੋਂ ਪਹਿਲਾਂ ਇਹਦੇ ਵਿੱਚ ਸੋਧ ਹੋ ਸਕਦੀ ਹੈ ਜਾਂ ਰੱਦ ਹੋ ਸਕਦਾ ਹੈ। ਇਸੇ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬ ਬੰਦ ਕੀਤਾ ਗਿਆ ਤੇ ਵੱਖ-ਵੱਖ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ। ਕਿਸ ਤਰ੍ਹਾਂ ਦੇ ਰਹੇ ਪ੍ਰਦਰਸ਼ਨ, ਆਉਣ ਵਾਲਾ ਭਵਿੱਖ ਕੀ ਹੋਵੇਗਾ, ਇਸ ਬਾਰੇ ਗੱਲਬਾਤ ਹੋਵੇਗੀ। ਤੇ ਅੱਜ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਅਰਸ਼ੀ, ਥੈਂਕ ਯੂ। ਕੀ ਹਾਲ ਚਾਲ ਹੈ ਜੀ? ਚੜ੍ਹਦੀ ਕਲਾ ਜੀ, ਕਿਰਪਾ ਪ੍ਰਮਾਤਮਾ ਦੀ। ਤੁਸੀਂ ਦੱਸੋ? ਬਿਲਕੁਲ ਜੀ, ਬਹੁਤ ਵਧੀਆ ਚੱਲ ਰਿਹਾ। ਤੇ ਪਰ ਜੇ ਅਸੀਂ ਭਾਰਤ ਦੇ ਵੱਲ ਝਾਤ ਮਾਰੀਏ, ਪੰਜਾਬ ਦੇ ਵੱਲ ਝਾਤ ਮਾਰੀਏ ਤਾਂ ਹਾਲਾਤ ਬਹੁਤੇ ਠੀਕ ਨਹੀਂ ਹੈਗੇ ਨੇ। ਧਰਨਾ ਪ੍ਰਦਰਸ਼ਨ ਹੋ ਰਹੇ ਨੇ, ਇੱਕ ਪਾਸੇ ਪੈਂਡੈਮਿਕ ਚੱਲ ਰਿਹਾ, ਇੱਕ ਪਾਸੇ ਲੋਕ ਘਰਾਂ ਤੋਂ ਬਾਹਰ ਆਉਣ ਦੇ ਲਈ ਮਜਬੂਰ ਹੋ ਗਏ ਨੇ। ਹੁਣ ਅਸੀਂ ਜੇ ਸਰਕਾਰ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਬੈਠੀ ਸਰਕਾਰ ਦੀ ਗੱਲ ਕਰੀਏ, 6.5 ਸਾਲ ਦਾ ਜਿਹੜਾ ਉਹਨਾਂ ਦਾ ਪੂਰਾ ਰਾਜ ਰਿਹਾ ਹੈਗਾ ਆ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਇੰਨਾ ਵੱਡਾ ਪ੍ਰਦਰਸ਼ਨ ਉਹਨਾਂ ਨੂੰ ਦੇਖਣ ਨੂੰ ਮਿਲਿਆ ਹੋਣਾ ਆ। ਖਾਸ ਕਰਕੇ ਉਹ ਪ੍ਰਦਰਸ਼ਨ ਜਿੱਥੇ ਕਿ ਲੋਕ ਸੰਗਠਿਤ ਨੇ, ਇਕੱਠੇ ਹੋਏ ਨੇ। ਹੁਣ ਜੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ, ਸਾਰੇ ਲੋਕ ਇਕੱਠੇ ਹੋ ਕੇ ਜਿਹੜੇ ਨੇ ਉਹ ਇੱਕ ਚੀਜ਼ ਦੇ ਵਿਰੁੱਧ ਤੇ ਇੱਕ ਚੀਜ਼ ਦੇ ਨਾਲ ਜਿਹੜੇ ਖੜੇ ਨੇ, ਕਿਸਾਨੀ ਦੇ ਨਾਲ ਖੜੇ ਨੇ, ਕਿਸਾਨਾਂ ਦੇ ਨਾਲ ਖੜੇ ਨੇ ਤੇ ਜਿਹੜਾ ਵਿਰੁੱਧ ਬਿੱਲ ਆਇਆ ਉਹਦੇ ਖਿਲਾਫ ਖੜੇ ਨੇ, ਸਰਕਾਰ ਦੇ ਖਿਲਾਫ ਖੜੇ ਨੇ। ਕੋਈ ਵੀ ਜਥੇਬੰਦੀ ਹੈ, ਰਾਜਨੀਤਿਕ ਪਾਰਟੀਆਂ ਵੀ ਹੁਣ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਦੇ ਨਾਲ ਹੈਗੇ ਹਾਂ। ਪਰ ਜੇ ਯੂਥ ਦੀ ਗੱਲ ਕਰੀਏ, ਔਰਤਾਂ ਦੀ, ਮਰਦਾਂ ਦੀ, ਇੱਥੋਂ ਤੱਕ ਕਿ ਬੱਚੇ ਵੀ ਦੇਖੇ ਗਏ ਉਹਨਾਂ ਧਰਨਾ ਪ੍ਰਦਰਸ਼ਨ ਦੇ ਵਿੱਚ। ਸੋ ਪੂਰੇ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਹੋਏ, ਪੰਜਾਬ ਦੇ ਵਿੱਚ ਦੁਕਾਨਾਂ ਬੰਦ ਰਹੀਆਂ, ਕਾਰੋਬਾਰ ਕੁੱਲ ਤੌਰ ਦੇ ਉੱਤੇ ਠੱਪ ਰਹੇ। ਤੁਸੀਂ ਕਿਵੇਂ ਦੇਖਦੇ ਹੋ ਇਸ ਧਰਨਾ ਪ੍ਰਦਰਸ਼ਨ ਨੂੰ? ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ, ਇਸ ਘਟਨਾਕ੍ਰਮ ਦੀ ਚਰਚਾ ਆਪਾਂ ਲਗਾਤਾਰ ਕਰ ਰਹੇ ਹਾਂ। ਬਿਲਕੁਲ ਅਰਸ਼ੀ, ਜੇਕਰ ਕੱਲ੍ਹ ਦਾ ਜਿਹੜਾ ਬੰਦ ਸੀ, ਜਿਸ ਤਰੀਕੇ ਨਾਲ ਇਹ ਬੰਦ ਹੋਇਆ, ਇਸ ਤੋਂ ਪਹਿਲਾਂ ਬੜਾ ਲੰਬਾ ਨਿਗਾਹ ਆਪਾਂ ਨੂੰ ਮਾਰ ਕੇ ਦੇਖਣੀ ਪਊ ਵੀ ਇੱਦਾਂ ਦਾ ਕਦੇ ਵੀ ਐਡਾ ਜ਼ਬਰਦਸਤ ਹੁੰਗਾਰਾ ਕਿਸੇ ਬੰਦ ਨੂੰ ਮਿਲਿਆ ਨਹੀਂ ਜੀ। ਬੜੀਆਂ ਰਾਜਨੀਤਿਕ ਪਾਰਟੀਆਂ ਨੇ ਬੜੀ ਵਾਰੀ ਬੰਦ ਦੀ ਉਹ ਦੁਹਾਈ ਦਿੰਦੀਆਂ ਨੇ ਜੀ, ਬੰਦ ਕਰਨਾ ਜੀ, ਫਲਾਣਾ ਕਰਨਾ। ਕਿਸੇ ਨੂੰ 10%, ਕਿਸੇ ਨੂੰ 15%, ਕਦੇ-ਕਦੇ ਕਿਸੇ ਨੂੰ 50% ਤੱਕ ਉਹਦਾ ਰਿਸਪੌਂਸ ਮਿਲ ਜਾਇਆ ਕਰਦਾ। ਪਰ ਜਿਹੜਾ ਆ ਕਿਸਾਨੀ ਦੇ ਮਾਮਲੇ 'ਚ ਜਦੋਂ ਸਾਨੂੰ ਇਹ ਹੋਇਆ ਕਿ ਜਵੇ ਬਾਣ ਲਾਗਿਓ ਤਵੇ ਰੋਸ ਜਾਕਿਓ, ਜਿਹੜਾ ਇਹ ਹਾਲਾਤ ਬਣੇ, ਜਦੋਂ ਕ੍ਰਿਸ਼ੀ ਪ੍ਰਧਾਨ ਸਾਡਾ ਸੂਬਾ ਹੈ, ਸਾਡਾ ਸੂਬੇ ਦੀ ਪਹਿਚਾਣ ਇਹ ਵੀ ਅਰਸ਼ੀ ਕਿ ਇਹ ਸਾਰੇ ਦੇਸ਼ ਦਾ ਢਿੱਡ ਭਰਦਾ ਜੀ। ਹਾਲਾਂਕਿ ਇਸ ਨੇ ਉਸ ਢਿੱਡ ਭਰਨ ਦੇ ਚੱਕਰ 'ਚ ਆਪਣੀ ਕੁੱਖ ਚਾਹੇ ਬਾਂਝ ਕਰਾ ਲਈ ਹੈ। ਹੁਣ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ, ਦੇਸ਼ ਦੀ ਸ਼ਾਸਕ ਧਿਰ ਇਸ ਤਰੀਕੇ ਨਾਲ ਵਿਵਹਾਰ ਕਰ ਰਹੀ ਹੈ ਕਿ ਤੁਹਾਨੂੰ ਅਸੀਂ ਕੱਖ ਜੋਗਾ ਨਹੀਂ ਰਹਿਣ ਦੇਣਾ। ਜਦੋਂ ਤੁਹਾਡੇ ਗੱਲ ਨੂੰ ਗੱਲ ਪੈਂਦੀ ਹੈ, ਫਿਰ ਬੰਦਾ ਤੜਫਦਾ, ਫਿਰ ਉਹ ਛਟਾਹਟ ਵੀ ਕਰਦਾ, ਫਿਰ ਕਈ ਵਾਰੀ ਨੁਕਸਾਨ ਵੀ ਕਰਦਾ। ਜਿਹੜਾ ਕੱਲ੍ਹ ਪੰਜਾਬ ਦੀ ਧਰਤੀ ਤੇ ਬਹੁਤ ਸਾਰੀਆਂ ਚੀਜ਼ਾਂ ਕੱਲ੍ਹ ਹੋਈਆਂ ਨੇ ਜੀ। ਤੁਸੀਂ ਬੜੇ ਸਿਆਣੇ ਹੋ, ਬੜੀ ਲੰਬੀ ਪੱਤਰਕਾਰਤਾ ਤੁਸੀਂ ਵੀ ਕਰ ਰਹੇ ਹੋ। ਤੁਸੀਂ ਗੱਲ ਯਾਦ ਰੱਖਿਓ ਕਿ ਕੱਲ੍ਹ ਤੋਂ ਬਾਅਦ ਇੱਕ ਨਵੀਂ ਤਬਦੀਲੀ ਦਾ ਯੁੱਗ ਪੰਜਾਬ ਦੇ ਵਿੱਚ ਸ਼ੁਰੂ ਹੋਇਆ, ਜਿਹੜਾ 10-15 ਦਿਨ ਪਹਿਲਾਂ ਆਪਾਂ ਸੋਚ ਨਹੀਂ ਸੀ ਸਕਦੇ। ਹੋਰ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸੀ, ਪਰ ਜਦੋਂ ਇਹ ਕਾਲਾ ਕਾਨੂੰਨ ਲਿਆਂਦਾ ਗਿਆ ਔਰ ਲਿਆ ਕੇ ਜਿਸ ਤਰੀਕੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ, ਧੱਜੀਆਂ ਉਡਾ ਕੇ ਇਹ ਕਾਨੂੰਨ ਪਾਸ ਕੀਤਾ ਗਿਆ, ਉਸ ਦੇ ਨਾਲ ਜਦੋਂ ਇਹ ਕਾਨੂੰਨ ਹੁਣ ਲੋਕਾਂ ਨੂੰ ਸਮਝ ਆਉਣ ਲੱਗਿਆ ਕਿ ਇਹ ਤਾਂ ਸਾਡੇ ਦਰਾਂ ਤੇ ਦਾਤੀ ਜਾਂ ਗਲਾਂ ਤੇ ਦਾਤੀ ਰੱਖ ਲਈ, ਤਾਂ ਫਿਰ ਉਹਨਾਂ ਨੇ ਵੀ ਇਹ ਅਹਿਦ ਕਰ ਲਿਆ ਕਿ ਹੁਣ ਲੜਾਈ ਆਰ-ਪਾਰ ਦੀ ਲੜਨੀ ਪੈਣੀ ਹੈ। ਕੱਲ੍ਹ ਜਿਹੜਾ ਧਰਨਾ ਮੁਜ਼ਾਹਰਾ ਹੋਇਆ, 200-250 ਥਾਂ ਤੇ ਗਿਣਤੀ ਡਾਟੇ ਆਉਂਦੇ ਆ ਕਿ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਹੋਏ, ਵੱਖ-ਵੱਖ ਥਾਵਾਂ ਤੇ ਬੈਠ ਕੇ। ਚਾਹੇ ਉਹ ਨੌਜਵਾਨ ਵਰਗ ਹੈ, ਚਾਹੇ ਬਜ਼ੁਰਗ ਨੇ, ਚਾਹੇ ਬੀਬੀਆਂ ਨੇ, ਚਾਹੇ ਬੱਚੇ ਨੇ, ਚਾਹੇ ਯੰਗਸਟਰ ਕੁੜੀਆਂ ਨੇ, ਸਾਰਿਆਂ ਨੇ ਇਸ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਪਾਰਟੀਸਪੇਟ ਕੀਤਾ। ਉਸ ਦੇ ਨਾਲ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਮੈਸੇਜ ਤਾਂ ਇਹ ਚਲਿਆ ਗਿਆ
ਪੰਜਾਬ ਬਾਰੇ ਜਿਹੜੀਆਂ ਇਹਨਾਂ ਦਿਨਾਂ 'ਚ ਜਾਂ ਲੰਬੇ ਸਮੇਂ ਤੋਂ ਇੱਕ ਇਸ ਤਰ੍ਹਾਂ ਦਾ ਮਾਹੌਲ ਜਿਹਾ ਬਣਿਆ ਹੋਇਆ ਸੀ ਅਰਸ਼ ਜੀ ਕਿ ਪੰਜਾਬੀ ਵਿਹਲੇ ਆ, ਪੰਜਾਬੀ ਤਾਂ ਹੁਣ ਨਸ਼ਾ ਬਹੁਤ ਲੱਗੇ ਕਰਨ, ਪੰਜਾਬੀਆਂ ਨੂੰ ਆਪਾਂ ਭਵਿੱਖ ਦਾ ਫਿਕਰ ਨਹੀਂ। ਔਰ ਖ਼ਾਸ ਤੌਰ ਤੇ ਜਿਸ ਤਰੀਕੇ ਦੇ ਗੀਤ ਵੱਜ ਰਹੇ ਸੀ ਉੱਥੋਂ ਲੱਗਦਾ ਸੀ ਕਿ ਅਸੀਂ ਕਿਤੇ ਨਾ ਕਿਤੇ ਕੁਰਾਹੇ ਪੈ ਗਏ। ਪਰ ਇਸ ਸੰਘਰਸ਼ ਨੇ ਸਾਡਾ ਇੱਕ ਬੜਾ ਵੱਡਾ ਇੱਕ ਯੂਨਾਈਟ ਔਰ ਯੂਨਾਈਟਿਡ ਜਿਹੜਾ ਫੇਸ ਲਿਆਂਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 29 30 ਜਾਂ 31 ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜੀ ਕਦੇ ਵੀ ਹਿਸਟਰੀ ਦੇ ਵਿੱਚ ਇਕੱਠੀਆਂ ਨਹੀਂ ਸੀ ਹੋਈਆਂ। ਸਹੀ, ਪਹਿਲੀ ਵਾਰ ਹੋਈਆਂ ਨੇ ਕਿ ਇਹ ਇੱਕ ਮਤ ਇਕੱਠੇ ਹੋ ਕੇ ਸਾਰੇ ਸੜਕਾਂ ਤੇ ਉਤਰੇ ਆ ਜੀ। ਇਸ ਤੋਂ ਇਲਾਵਾ ਪਿਛਲੇ ਦਿਨਾਂ 'ਚ ਆਪਾਂ ਇੱਕ ਪ੍ਰੋਗਰਾਮ ਦੇ ਦੌਰਾਨ ਇੱਥੇ ਬੈਠ ਕੇ ਆਪਾਂ ਇਹ ਚਰਚਾ ਕੀਤੀ ਸੀ ਕਿ ਉਹਨਾਂ ਧਰਨਿਆਂ ਦੇ ਵਿੱਚ ਬਜ਼ੁਰਗ ਤਾਂ ਬਹੁਤ ਦੇਖਣ ਨੂੰ ਮਿਲਦੇ ਆ, ਕੋਈ 70 ਸਾਲ ਦਾ, ਕੋਈ 80 ਸਾਲ ਦਾ, ਕੋਈ 85 ਸਾਲਾਂ ਦਾ, ਪਰ ਨੌਜਵਾਨ ਵਰਗ ਨਹੀਂ ਦਿਖ ਰਿਹਾ। ਇਸ ਧਰਨੇ ਦੇ ਵਿੱਚ, ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਜਿੱਡੀ ਵੱਡੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗ ਨਿਕਲੇ, ਉਹ ਤੋਂ ਮੇਰੇ ਖਿਆਲ ਨਾਲ ਦੁੱਗਣੀ ਵੱਡੀ ਸੰਖਿਆ ਦੇ ਵਿੱਚ ਸਾਡਾ ਨੌਜਵਾਨ ਵਰਗ ਨਿਕਲਿਆ। ਔਰ ਇਸ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਇਹ ਸੁਨੇਹਾ ਚਲਿਆ ਗਿਆ ਕਿ ਪੰਜਾਬ ਦੇ ਲੋਕ ਜਾਗ ਗਏ ਨੇ। ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ, ਇਸ ਦਾ ਨਤੀਜਾ ਤਾਂ ਕੀ ਨਿਕਲੂ ਉਹ ਬੜੀ ਦੂਰ ਦੀ ਗੱਲ ਹੈ, ਪਰ ਇਸ ਦੇ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਦੇ ਲੋਕ ਇਸ ਲੰਬਾ ਸੰਘਰਸ਼ ਲੜਨ ਵਾਸਤੇ ਤਿਆਰ ਨੇ। ਕੱਲ ਜੇਕਰ ਆਪਾਂ ਜ਼ਿਕਰ ਕਰੀਏ ਪੰਜਾਬ ਔਰ ਹਰਿਆਣਾ ਦਾ ਜਿਹੜਾ ਬਾਰਡਰ ਸ਼ੰਭੂ ਦੇ ਇਲਾਕੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੰਗਸਟਰ ਉੱਥੇ ਪਹੁੰਚੇ ਔਰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੀ ਆਪੋ ਆਪਣੇ ਤਰੀਕੇ ਨਾਲ ਆਪਣੀ ਜ਼ੋਰ ਅਜ਼ਮਾਇਸ਼ ਕਰਦੀਆਂ ਰਹੀਆਂ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਐਲਾਨ ਕਰਤਾ ਸੀ ਕਿ ਇਹ ਸਾਡੀ ਆਪਣੀ ਲੜਾਈ ਹੈ, ਅਸੀਂ ਲੜਨੀ ਹੈ, ਰਾਜਨੀਤਿਕ ਪਾਰਟੀਆਂ ਇਹਦੇ ਵਿੱਚ ਇੰਟਰਫੇਰੈਂਸ ਜਿੰਨਾ ਘੱਟ ਕਰਨ ਚੰਗਾ ਹੈ। ਪਰ ਰਾਜਨੀਤੀ ਲੋਕਾਂ ਤੋਂ ਰਹਿ ਨਹੀਂ ਹੁੰਦਾ ਜੀ, ਉਹਨਾਂ ਨੇ ਕਰਨਾ ਜ਼ਰੂਰ ਹੁੰਦਾ। ਇਸ ਕਰਕੇ ਰਾਜਨੀਤਿਕ ਪਾਰਟੀਆਂ ਨੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸੁਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੋਵੇਂ ਟਰੈਕਟਰ ਤੇ ਬੈਠ ਕੇ ਆਏ, ਲੰਬੀ ਤੋਂ ਕਾਫਲਾ ਲੈ ਕੇ ਗਏ ਉੱਥੇ। ਉਹ ਆਪਣਾ ਜੋ ਵੀ ਬਿਆਨਬਾਜ਼ੀ ਕਰਨੀ ਸੀ, ਉਸ ਤੋਂ ਬਾਅਦ ਫਿਰ ਸਿਰੇ ਦੀਆਂ ਲਗਜ਼ੀਰੀਅਸ ਗੱਡੀਆਂ 'ਚ ਬੈਠ ਕੇ ਉਹ ਚਲੇ ਗਏ। ਉਹ ਟਰੈਕਟਰ ਸਿਰਫ ਕਿਉਂਕਿ ਫੋਟੋ ਲੱਗਣੀ ਚਾਹੀਦੀ ਸੀ ਵੀ ਅਸੀਂ ਉੱਥੇ ਆਏ ਹਾਂ। ਉਸ ਤੋਂ ਇਲਾਵਾ ਜਿਹੜੀ ਗੱਲ ਦੇਖਣ ਨੂੰ ਇਸ ਦੇ ਵਿੱਚ ਮਿਲੀ, ਸਾਡਾ ਨੌਜਵਾਨ ਵਰਗ ਜਿਸ ਤਰੀਕੇ ਨਾਲ ਸਟੇਜ ਸੀ ਮੀਡੀਆ ਦੇ ਨਾਲ ਜਦੋਂ ਗੱਲ ਕਰ ਰਿਹਾ ਸੀ, ਉਹ ਤਰਕਾਂ ਦੀ ਗੱਲ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਸਾਡੀ ਜਿਹੜੀ ਕਿਸਾਨੀ ਹੈ, ਕਿਸ ਤਰੀਕੇ ਨਾਲ MSP ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਔਰ ਇਸ ਤੋਂ ਇਲਾਵਾ ਅਰਸ਼ ਜੀ, ਜਿਹੜੀ MSP ਤੋਂ ਬਿਨਾਂ ਜਿਹੜੀ ਕੰਟਰੈਕਟਿੰਗ ਫਾਰਮ ਦੀ ਜਿਹੜਾ ਬਿੱਲ ਲਿਆਂਦਾ ਗਿਆ, ਜਿਹੜਾ ਕਾਨੂੰਨ ਬਣਾ ਦਿੱਤਾ ਗਿਆ, ਹੁਣ ਉਸ ਦੇ ਵਿੱਚ ਕਿਸ ਤਰੀਕੇ ਨਾਲ ਹੌਲੀ ਕਰਕੇ ਕਿਸਾਨ ਨੂੰ ਮਾਰ ਕੇ ਉਸ ਦੀ ਜ਼ਮੀਨ ਹਥਿਆਉਣੀ ਹੈ। ਇਹ ਵੈਸੇ ਤਾਂ ਇਹ ਹਿਸਟਰੀ ਨੂੰ ਜਦੋਂ ਆਪਾਂ ਫਰੋਲਦੇ ਹਾਂ ਇਹ ਨਿਕਲਦੀ ਹੈ ਕਿ ਵਿਸ਼ਵ ਬੈਂਕ ਦੀਆਂ ਇੰਸਟਰਕਸ਼ਨਾਂ ਨੇ। ਇਹ 2008 ਦੇ ਵਿੱਚ ਵਿਸ਼ਵ ਬੈਂਕ ਦੀ ਜਿਹੜੀ ਇੱਕ ਡਿਵੈਲਪਮੈਂਟ ਰਿਪੋਰਟ ਸਾਹਮਣੇ ਆਈ ਸੀ, ਉਹਦੇ ਵਿੱਚ ਵੀ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਸੀ ਕਿ ਜ਼ਿਮੀਂਦਾਰਾਂ ਤੋਂ ਜ਼ਮੀਨ ਹਰ ਤਰੀਕੇ ਨਾਲ ਬਾਇਖਰੁਖ ਲਈ ਜਾਵੇ ਤੇ ਇਹਨਾਂ ਜ਼ਮੀਨਾਂ ਨੂੰ ਉਦਯੋਗਿਕ ਤਰੀਕੇ ਦੇ ਨਾਲ ਵਰਤਿਆ ਜਾਵੇ ਤੇ ਜਿਹੜੇ ਇਹ ਲੋਕ ਨੇ ਜਿਹੜੇ ਪੂਰੇ ਅਨਪ੍ਰੋਫੈਸ਼ਨਲ ਨੇ, ਇਹਨਾਂ ਤੋਂ ਖੋਹ ਕੇ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਕੰਮ ਕਰਨ ਲਾਇਆ ਜਾਵੇ। ਉਸ ਨੀਤੀ ਦੇ ਤਹਿਤ ਜਿਹੜਾ ਪੰਜਾਬ, ਜਿਹੜਾ ਅਣਖੀਲੀ ਧਰਤੀ ਹੈ, ਜਿਹੜੀ ਯੋਧਿਆਂ ਦੀ ਧਰਤੀ ਹੈ, ਜਿਹੜੀ ਲੜਨ ਮਰਨ ਵਾਸਤੇ ਲੋਕਾਂ ਵਾਸਤੇ ਤਿਆਰ ਰਹੀ ਹੈ, ਸਾਡਾ ਇਤਿਹਾਸ ਬੋਲਦਾ। ਔਰ ਅਸੀਂ ਦਸਮ ਪਿਤਾ ਦੀ ਉਹ ਔਲਾਦ ਹੈ ਨਾ, ਪਰ ਮੇਰੇ ਖਿਆਲ ਨਾਲ ਕੇਂਦਰ ਸਰਕਾਰ ਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਭੁੱਲ ਹੋ ਗਈ ਹੈ। ਉਹਨੂੰ ਇਹ ਨਹੀਂ ਪਤਾ ਵੀ ਇਹ ਗੋਬਿੰਦ ਦੇ ਸਿੰਘ ਮੋਦੀਆ ਐਦਾਂ ਨਹੀਂ ਡਰ ਜਾਣਗੇ। ਸੋ ਉਹ ਜਿਹੜਾ ਉਹਨਾਂ ਨੇ ਹੁਣੇ ਸਾਡੇ ਖਿਲਾਫ ਇਹ ਲਿਆਂਦਾ, ਇਸ ਮਾਮਲੇ ਦੇ ਵਿੱਚ ਸਾਡਾ ਵੱਡੇ ਜਿਹੜੇ ਧਰਨੇ ਪ੍ਰਦਰਸ਼ਨ ਹੋਏ ਨੇ। ਹਾਂ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੀ, ਧਰਨੇ ਪ੍ਰਦਰਸ਼ਨ ਹੋਏ, ਨੌਜਵਾਨ ਵਰਗ ਆਇਆ, ਇਸ ਦੇ ਵਿੱਚ ਇੱਕ ਹੋਰ ਜਿਹੜੀ ਖਾਸ ਸੌ ਸੀ। ਪਹਿਲਾਂ ਤਾਂ ਆਪਾਂ ਸਮਝਦੇ ਸੀ ਵੀ ਇਹ ਕਿਸਾਨਾਂ ਦਾ ਬਿੱਲ ਹੈ, ਪਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ। ਹੁਣ ਮੈਂ ਪੰਜਾਬ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਆਪਾਂ ਚਰਚਾ ਕਰ ਰਹੇ, ਹਾਲਾਂਕਿ ਹਰਿਆਣੇ ਦੇ ਵਿੱਚ ਵੀ ਲੋਕਾਂ ਨੇ ਪਿੰਡਾਂ ਦੇ ਵਿੱਚ ਬੋਰਡ ਲਾਤੇ ਹੈ ਕਿ ਕੋਈ ਵੀ BJP ਦਾ ਲੀਡਰ, ਕੋਈ ਵੀ MP MLA ਸਾਡੇ ਪਿੰਡਾਂ 'ਚ ਵੜ ਨਹੀਂ ਸਕਦਾ। ਇਸੇ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਚੱਲ ਰਿਹਾ ਹੈ। ਉਸ ਤੋਂ ਇਲਾਵਾ ਇਹ ਹੌਲੀ ਸੰਘਰਸ਼ ਹੁਣ ਚਾਹੇ UP ਹੈ, ਚਾਹੇ ਬਿਹਾਰ ਹੈ, ਜਾਂ ਹੋਰਨਾਂ ਸਟੇਟਾਂ 'ਚ ਜਾਂ ਮਹਾਰਾਸ਼ਟਰ 'ਚ ਹੈ, ਉਹਨਾਂ ਵੱਲ ਨੂੰ ਜਾਣਾ ਹੈ। ਕਿਉਂਕਿ ਅਸੀਂ ਇੱਕ ਇਸ ਤਰ੍ਹਾਂ ਦਾ ਮਾਹੌਲ ਕੱਲ ਪੈਦਾ ਕਰਤਾ ਕਿ ਸਾਰਾ ਪੰਜਾਬ ਜਦੋਂ ਸੜਕਾਂ ਤੇ ਆ ਗਿਆ। ਉਸ ਪ੍ਰੋਟੈਸਟ ਦੇ ਵਿੱਚ
ਦੇਖਣ ਵਾਲੀ ਗੱਲ ਇਹ ਸੀ ਅਰਸ਼ ਜੀ ਕਿ ਜਿੱਥੇ ਕਿਸਾਨ ਭਾਈਚਾਰਾ, ਬੀਬੀਆਂ, ਭੈਣਾਂ, ਬੱਚੇ, ਦੂਜੇ ਪਾਸੇ ਆੜਤੀਆ ਕਦੇ ਨਹੀਂ ਸੀ ਦੇਖਿਆ। ਆੜਤੀਏ ਨੂੰ ਜ਼ਿਆਦਾਤਰ ਬੀਜੇਪੀ ਦੇ ਧੰਨਾ ਸੇਠਾਂ ਨੂੰ ਜਾਂ ਸ਼ਾਹੂਕਾਰਾਂ ਨੂੰ ਸਮਝਿਆ ਜਾਂਦਾ ਸੀ ਕਿ ਬੀਜੇਪੀ ਨੂੰ ਵੋਟ ਪਾਉਂਦੇ ਆ, ਪਰ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਈਚਾਰੇ ਦੇ ਨਾਲ ਆੜਤੀਏ ਵੀ ਖੜੇ। ਆੜਤੀਏ ਤੋਂ ਇਲਾਵਾ ਫਿਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਮਜ਼ਦੂਰ ਵਰਗ ਜਿਹੜਾ ਕਿਰਤੀ ਵਰਗ ਸੀਗਾ ਉਹ ਵੀ ਸਾਰਾ ਨਾਲ ਆ ਗਿਆ। ਉਹਨਾਂ ਨੂੰ ਪਤਾ ਕਿ ਸਾਡਾ ਭਵਿੱਖ ਵੀ ਨਹੀਂ ਹੈ। ਬਿਲਕੁਲ। ਉਸ ਤੋਂ ਇਲਾਵਾ ਜਿਹੜੀ ਦੇਖਣ ਵਾਲੀ ਗੱਲ ਇਹ ਹੈ ਕਿ ਵਕੀਲ, ਡਾਕਟਰ, ਸਾਰੇ ਦੇ ਸਾਰੇ ਲੋਕ ਸਮਝ ਚੁੱਕੇ ਨੇ ਕਿ ਇਸ ਦੇ ਨਾਲ ਸਾਡਾ ਭਵਿੱਖ ਵੀ ਤਬਾਹ ਹੋਣਾ ਹੈ। ਕਿਸਾਨ ਇੱਕ ਬੜੀ ਮਜ਼ਬੂਤ ਧੁਰ ਹੈ ਪੰਜਾਬ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ। ਔਰ ਕੱਲ ਤਾਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਕਲਾਕਾਰ, ਆਰਟਿਸਟ, ਜਿਨ੍ਹਾਂ ਨੂੰ ਆਪਾਂ ਸਮਝਦੇ ਸੀ ਵੀ ਹਾਂਜੀ ਵੀ ਇਹ ਤਾਂ ਸਿਰਫ ਤੇ ਸਿਰਫ ਆਪਣਾ ਐਂਟਰਟੇਨਮੈਂਟ ਕਰਦੇ ਆ, ਉਹਦੇ ਗਾਣੇ ਗਾਉਂਦੇ ਆ, ਉਹ ਸਾਰੇ, ਚਾਹੇ ਤੁਸੀਂ ਸਿੱਧੂ ਮੂਸੇਵਾਲਾ ਜਿਹੜਾ ਅੱਜ ਕੱਲ੍ਹ ਬੜਾ ਫੇਮਸ ਆ ਮੁੰਡਾ, ਉਹਨਾਂ ਨੇ ਮਾਨਸਾ 'ਚ ਬੜਾ ਵੱਡਾ ਧਰਨਾ ਲਾਇਆ, ਉਹਦੇ ਨਾਲ ਆਰਨੇਟ ਸੀ, ਉਸ ਦੇ ਨਾਲ ਮੁੰਡਾ ਅੰਮ੍ਰਿਤ ਮਾਨ ਸੀ, ਫਿਰ ਨਾਭੇ ਦੇ ਵਿੱਚ ਹਰਭਜਨ ਮਾਨ ਉਹਨੀ ਗਏ, ਉਹਨਾਂ ਦੇ ਨਾਲ ਕਾਫੀ ਸਾਰੇ ਆਰਟਿਸਟ ਹੋਰ ਵੀ ਸੀ, ਹਰਜੀਤ ਹਰਮਨ ਉੱਥੇ ਸੀ, ਤਰਸੇਮ ਜੱਸੜ ਉੱਥੇ ਸੀ, ਔਰ ਦੂਜੇ ਪਾਸੇ ਪਰਮਜੀਤ ਸਿੰਘ ਸਿੱਧੂ, ਪੰਮੀ ਬਾਈ, ਜਿਹੜੇ ਫੋਕ 'ਚ ਜਿਨ੍ਹਾਂ ਦੀ ਬੜੀ ਪਹਿਚਾਣ ਹੈ, ਭੰਗੜੇ ਨੂੰ ਵੀ ਉਹਨਾਂ ਨੇ ਬੜਾ ਉੱਚਾ ਲੈ ਕੇ ਗਏ, ਉਹ ਟਰੈਕਟਰ ਤੇ ਬੈਠ ਕੇ ਪਟਿਆਲੇ ਤੋਂ ਰਾਜਪੁਰੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਗਏ। ਰਾਜਪੁਰਾ ਧਰਨੇ ਦੇ ਵਿੱਚ ਦੀਪ ਸੰਧੂ ਜਿਹੜਾ ਮੁੰਡਾ ਫਿਲਮਾਂ 'ਚ ਕੰਮ ਕਰਦਾ, ਉਹ ਵਿਸ਼ੇਸ਼ ਤੌਰ ਤੇ ਪਹੁੰਚਿਆ। ਉਸ ਤੋਂ ਇਲਾਵਾ ਕਮਰ ਗਰੇਵਾਲ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਰਿਹਾ। ਫਿਰ ਦਲਜੀਤ, ਇਸ ਵੇਲੇ ਦਲਜੀਤ ਨੂੰ ਜਿਹੜੀ ਕੱਟੜ ਜਿਹੜੀ ਜਨਸੰਘੀ ਹੈ ਉਹਨੂੰ ਟ੍ਰੋਲ ਕਰ ਰਹੇ ਨੇ ਕਿਉਂਕਿ ਉਹ ਟਵੀਟ ਕਰ ਰਿਹਾ ਲਗਾਤਾਰ ਕਿਸਾਨਾਂ ਦੇ ਹੱਕ 'ਚ। ਫਿਰ ਬੱਬੂ ਮਾਨ ਉਹਨਾਂ ਨੇ ਪਿਛਲੇ ਦਿਨਾਂ 'ਚ ਉਹਨਾਂ ਦੇ ਜਿਸ ਤਰੀਕੇ ਨਾਲ ਉਹਨਾਂ ਦੀ ਸਪੋਰਟ ਆਈ, ਫਿਲਮੀ ਐਕਟਰ ਚਾਹੇ ਬੀਨੂ ਢਿੱਲੋਂ ਦੀ ਗੱਲ ਕਰ ਲਓ, ਜਿੰਨੇ ਵੀ ਰੁਪਿੰਦਰ ਹਾਂਡਾ ਉਹਨਾਂ ਦੀ ਗੱਲ ਕਰ ਲਓ, ਤਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਇਸ ਵੇਲੇ, ਰਣਜੀਤ ਬਾਵਾ ਦਾ ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕਰਾਂ, ਉਹਨਾਂ ਨੇ ਜਿਸ ਤਰੀਕੇ ਨਾਲ ਉਹ ਤਰਨਮ ਦੇ ਵਿੱਚ ਆਪਣਾ ਗਾਇਆ ਵੀ ਆ ਉਸ ਹਿਸਾਬ ਨਾਲ। ਸੋ ਸਾਰੇ ਦੇ ਸਾਰੇ ਆਰਟਿਸਟ, ਬਹੁਤਿਆਂ ਦੇ ਮੇਰੇ ਤੋਂ ਨਾਂ ਭੁੱਲ ਗਏ ਹੋਣੇ, ਪਰ ਜਿਸ ਤਰੀਕੇ ਨਾਲ ਸਾਰੇ ਆਏ ਆ ਉੱਥੋਂ ਇਕਜੁੱਟ, ਇਕਮੁੱਠ ਹੋ ਕੇ ਜਿਸ ਤਰੀਕੇ ਨਾਲ ਸਰਕਾਰ ਦੇ ਖਿਲਾਫ ਖੜੇ ਆ, ਤਾਂ ਇਹਦੇ ਨਾਲ ਇੱਕ ਪੰਜਾਬ 'ਚ ਇੱਕ ਨਵੀਂ ਲਹਿਰ, ਇੱਕ ਸਿਆਸੀ ਇੱਕ ਨਵੀਂ ਚਿੰਨ੍ਹ ਜ਼ਰੂਰ ਲੱਗੀ ਹੈ। ਬਿਲਕੁਲ, ਬਹੁਤ ਵਧੀਆ ਲੱਗਦਾ ਜਦੋਂ ਕਿ ਜਿਹੜੇ ਇੱਕ ਅਸੀਂ ਕਹਿੰਦੇ ਆ ਕਿ ਸਾਡੇ ਰੋਲ ਮਾਡਲ ਜਿਹੜੇ ਬਣਦੇ ਹੈਗੇ ਆ, ਅਸੀਂ ਉਹਨਾਂ ਨੂੰ ਬਹੁਤ ਵਾਰੀ ਇੱਥੇ ਬੈਠ ਕੇ ਕਹਿੰਦੇ ਹੁੰਦੇ ਆ ਕਿ ਇਹ ਲੋਕ ਨੌਜਵਾਨਾਂ ਨੂੰ ਸਿੱਧੇ ਰਾਹ ਨਹੀਂ ਪਾ ਰਹੇ, ਇਹ ਲੋਕ ਗੀਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਰੂਪ ਰੇਖਾ ਜਿਹੜੀ ਦੇ ਰਹੇ ਹੈਗੇ ਆ ਪੰਜਾਬ ਦੀ, ਕੀ ਜੱਟ ਨੂੰ ਤੁਸੀਂ ਬਿਠਾ ਰਿਹਾ ਹੈਗਾ ਕਿ ਇਹ ਤਲਵਾਰਾਂ ਦੇ ਉੱਤੇ ਰੋਟੀ ਖਾਂਦੇ ਹੈਗੇ ਨੇ। ਪਰ ਹੁਣ ਜਦੋਂ ਟਾਈਮ ਸੀ, ਉਹਨਾਂ ਨੇ ਦਿਖਾਇਆ ਹੈ ਕਿ ਅਸੀਂ ਜੇ ਸਹੀ ਹੈ ਉਹਦੇ ਨਾਲ ਅਸੀਂ ਖੜਾਂਗੇ, ਕਿਉਂਕਿ ਉਹਨਾਂ ਦੇ ਨਾਲ ਬਹੁਤ ਸਾਰੀ ਯੰਗ ਜਨਰੇਸ਼ਨ ਜੁੜੀ ਹੋਈ ਹੈ, ਜਿਹੜੇ ਲੋਕ ਇੱਥੇ ਆਏ ਨੇ। ਹੁਣ ਜਦੋਂ ਅਸੀਂ ਬਿੱਲ ਦੀ ਗੱਲ ਕਰ ਰਹੇ ਹੈਗੇ, ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਇਹ ਪੈਂਡੈਮਿਕ ਆਇਆ ਸੀਗਾ, ਜਦੋਂ ਅਸੀਂ ਸਟਾਰਟ ਇਹ 2020 ਦੀ ਗੱਲ ਕਰਦੇ ਹਾਂ, ਉਦੋਂ ਆਰਥਿਕਤਾ ਨੂੰ ਸਾਨੂੰ ਪਤਾ ਸੀਗਾ ਕਿ GDP ਜਿਹੜੀ ਡਾਊਨ ਜਾਣੀ ਹੈ, ਸਾਨੂੰ ਪਤਾ ਸੀਗਾ ਕਿ ਇਕਨੋਮੀ ਜਿਹੜੀ ਹੈ ਉਹ ਡਾਊਨ ਜਾਣੀ ਹੈ। ਪਰ ਚਾਹੇ ਕੋਈ ਵੀ ਸਾਇੰਟਿਸਟ ਲੈ ਲਓ, ਕੋਈ ਵੀ ਮਾਹਰ ਲੈ ਲਓ, ਚਾਹੇ ਕੋਈ ਵੀ ਅਸੀਂ ਰਿਜ਼ਰਵ ਬੈਂਕ ਦੀ ਹੀ ਗੱਲ ਕਰ ਲਓ, ਉਹਨਾਂ ਨੇ ਇਹ ਪਹਿਲੇ ਟਾਈਮ ਦੇ ਵਿੱਚ ਹੀ ਕਹਿ ਦਿੱਤਾ ਸੀ ਕਿ ਇਕਨੋਮੀ ਜੇ ਥੱਲੇ ਜਾਊਗੀ ਤਾਂ ਇਹਨੂੰ ਇੱਕ ਹੀ ਜਿਹੜਾ ਫੀਲਡ ਹੈਗਾ ਆ ਉਹ ਬਚਾ ਸਕਦਾ, ਉਹ ਹੈਗਾ ਕਿਸਾਨੀ। ਉਹਨੇ ਬਚਾਇਆ ਵੀ। ਕਿਸਾਨੀ ਦੇ ਖੇਤਰ ਦੇ ਵਿੱਚ ਅਸੀਂ ਹਮੇਸ਼ਾ ਤਰੱਕੀ ਕੀਤੀ ਹੈ, ਇਹ ਪੈਂਡੈਮਿਕ ਦੇ ਦੌਰਾਨ ਵੀ ਜਿਹੜੀ ਅਸੀਂ ਤਰੱਕੀ ਕੀਤੀ ਹੈ। ਪਰ ਹੁਣ ਜਦੋਂ ਟਾਈਮ ਸੀਗਾ ਕਿ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਹੋਣਾ ਚਾਹੀਦਾ ਸੀ, ਆਪਣੀਆਂ ਫਸਲਾਂ ਦੇ ਵਿੱਚ ਹੋਣਾ ਚਾਹੀਦਾ ਸੀ, ਉਸ ਟਾਈਮ ਦੇ ਉੱਤੇ ਜਿਹੜਾ ਕਿਸਾਨ ਹੈਗਾ ਉਹ ਸੜਕਾਂ ਦੇ ਉੱਤੇ ਹੈ। ਹੁਣ ਮੈਨੂੰ ਲੱਗਦਾ ਕਿ ਮੋਦੀ ਸਰਕਾਰ ਵੀ ਪਛਤਾਉਂਦੀ ਹੋਣੀ ਹੈ ਕਿ ਅਸੀਂ ਆਪਣੇ ਪੈਰ ਤੇ ਘੁੜਾਲਾ ਮਾਰ ਲਿਆ ਹੈਗਾ ਆ ਇਹਨਾਂ ਨੂੰ ਛੇੜ ਕੇ ਜਾਂ ਇਹਨਾਂ ਦੇ ਵਿਰੁੱਧ ਗੱਲ ਕਰਕੇ ਉੱਤੇ, ਕਿਉਂਕਿ ਚੰਗੇ ਭਲੇ ਸਾਰੇ ਆਪਣਾ ਕੰਮ ਕਰ ਰਹੇ ਸੀ, ਪਰ ਇੱਕੋ ਦਮ ਇਹ ਆਰਡੀਨੈਂਸ ਲਿਆਂਦੇ ਗਏ, ਇੱਕ ਜਲਦਬਾਜ਼ੀ 'ਚ ਪਾਸ ਕਰ ਦਿੱਤੇ ਗਏ। ਹੁਣ ਜਿਹੜਾ ਸਪੋਰਟ ਮਿਲ ਰਿਹਾ ਹੈਗਾ, ਅਸੀਂ ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਦੇਖਿਆ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ, ਪਰ ਉਹਨਾਂ ਦੇ ਵਿੱਚੋਂ ਇੱਕ ਦਲੇਰ ਮਹਿੰਦੀ ਵੀ ਨੇ ਜਿਨ੍ਹਾਂ ਨੇ ਆਪਣਾ ਕਣਕ ਨੂੰ ਹੱਥ ਦੇ ਵਿੱਚ ਲੈ ਕੇ ਮੈਸੇਜ ਜਿਹੜਾ ਜਾਰੀ ਕੀਤਾ ਹੈਗਾ ਆ। ਉਹ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਚਾਹੀਦਾ ਸੀ ਕਿ ਹੁਣ ਜਿਹੜੇ ਪੰਜਾਬ ਦੇ ਵਿੱਚੋਂ ਗਏ ਨੇ, ਪੰਜਾਬ ਦੇ ਵਿੱਚੋਂ ਬਾਲੀਵੁੱਡ ਦੇ ਵਿੱਚ ਗਏ ਨੇ, ਉਹਨਾਂ ਨੂੰ ਚਾਹੀਦਾ ਸੀ ਕਿ ਉਹ ਪੰਜਾਬ ਦੀ ਹਮਾਇਤ ਕਰਦੇ, ਉਹਨਾਂ ਦੇ ਨਾਲ ਖੜਦੇ, ਪੰਜਾਬ ਦੇ ਲੋਕਾਂ ਦੇ ਨਾਲ ਖੜਦੇ, ਪਰ ਨਹੀਂ, ਉਹ ਸਰਕਾਰ ਦੇ ਨਾਲ ਖੜ ਰਹੇ ਨੇ, ਉਹ BJP ਦੇ ਨਾਲ ਖੜ ਰਹੇ ਨੇ, ਉਹ ਮੋਦੀ ਸਰਕਾਰ ਦੇ ਨਾਲ ਖੜ ਰਹੇ ਨੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮੋਦੀ ਦੇ ਹੱਕ ਦੇ ਵਿੱਚ ਜਿਹੜੀ ਗੱਲ ਕੀਤੀ ਹੈ, ਲਾਈਵ ਹੋ ਕੇ ਉਹਨਾਂ ਨੇ ਗੱਲ ਕੀਤੀ ਹੈਗੀ ਹੈ, ਪਰ ਨੌਜਵਾਨ ਜਿਹੜੇ ਕਲਾਕਾਰ ਪੰਜਾਬ ਦੇ ਨੇ ਸਿਰਫ ਉਹੀ ਅੱਗੇ ਆਏ ਨੇ। ਇਹਦੇ ਬਾਰੇ ਕੀ ਕਹੋਗੇ? ਇਹ ਬੜਾ ਇੰਪੋਰਟੈਂਟ ਤੁਸੀਂ ਮੈਨੂੰ ਪੁੱਛਿਆ, ਕਿਉਂਕਿ ਇਹਦੇ ਵਿੱਚ ਦੇਖੋ ਤੁਹਾਡੇ ਕਿਰਦਾਰ ਸਮੇਂ ਦੇ ਮੁਤਾਬਕ ਜਾਣੇ ਜਾਂਦੇ ਹੁੰਦੇ ਆ।
ਤਾਂ ਬੰਦੇ ਦਾ ਜਦੋਂ ਵੀ ਕੋਈ ਤੁਹਾਡੀ ਸ਼ਖਸੀਅਤ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ, ਜਦੋਂ ਤੁਸੀਂ ਬਹੁਤ ਸਾਰੀ ਮੁਸੀਬਤ ਦੇ ਵਿੱਚ ਹੁੰਦੇ ਹੋ ਜਾਂ ਫਿਰ ਵੱਡੀ ਤਾਕਤ ਦੇ ਵਿੱਚ ਹੁੰਦੇ ਹੋ, ਉਸ ਵੇਲੇ ਤੁਹਾਡੀ ਸ਼ਖਸੀਅਤ ਸਾਹਮਣੇ ਆਉਂਦੀ ਹੈ। ਹੁਣ ਜਿੱਥੇ ਤਾਂ ਪੰਜਾਬ ਦੇ ਸਾਰੇ ਆਪਾਂ ਆਰਟਿਸਟਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਚਾਹੇ ਕਈਆਂ ਦੀ ਮਜਬੂਰੀ ਸੀ ਜਾਂ ਬਹੁਤ ਸਾਰੇ ਦਿਲੋਂ ਸੀ, ਜਾਂ ਜਿਹੜਿਆਂ ਨੂੰ ਪਤਾ ਹੈ ਕਿ ਹਾਂ ਸਾਡਾ ਇਹਨਾਂ ਦੇ ਨਾਲ ਖੜਨਾ ਫਰਜ਼ ਬਣਦਾ ਹੈ, ਉਹ ਸਾਰੇ ਦੇ ਸਾਰੇ ਖੜੇ। ਹਾਂ, ਕੁਛ ਜਿਹੜੇ ਇਹ ਚੱਪਲ ਝਾੜ ਬਣੇ ਆ, ਇਹਨਾਂ 'ਚ ਖਾਸ ਤੌਰ ਤੇ ਦਲੇਰ ਮਹਿੰਦੀ ਵਰਗਾ, ਜਿਹੜੇ ਨੂੰ ਪੰਜਾਬ ਦੇ ਸਿਰ ਤੇ, ਪੰਜਾਬੀਆਂ ਦੇ ਸਿਰ ਤੇ, ਜਿਸ ਨੇ ਸਾਰੀ ਉਮਰ ਰੋਟੀਆਂ ਖਾਧੀਆਂ ਹੋਣ, ਤੇ ਉਹ ਖਾਸ ਉਹਦਾ ਰੀਜ਼ਨ ਇਹ ਨਜ਼ਰ ਆਉਂਦਾ ਹੈ ਕਿਉਂਕਿ ਉਹਦੇ ਕੁੜਮ ਸਾਹਿਬ ਨੇ ਹੰਸਰਾਜ ਹੰਸ ਜੀ, ਤੇ ਉਹ ਹੰਸਰਾਜ ਹੰਸ ਦੀਆਂ ਉਡਾਰੀਆਂ ਕਿਸੇ ਇਸ ਟਾਹਣੀ ਤੇ ਕਦੇ ਉਸ ਟਾਹਣੀ ਤੇ ਲਗਾਤਾਰ ਵੱਜਦੀਆਂ ਰਹਿੰਦੀਆਂ ਨੇ। ਬੜੀ ਦੇਰ ਤੋਂ ਉਹਨਾਂ ਨੂੰ ਆਸਾਂ ਸੀ, ਬੜੀ ਜਗਿਆਸਾ ਸੀ ਉਹਦੇ ਵਿੱਚ। ਪਹਿਲਾਂ ਤਾਂ ਉਹ ਜੁਗਾੜ ਲਾ ਕੇ ਰਾਜ ਗਾਇਕ ਬਣ ਗਏ ਸੀ ਪੰਜਾਬ ਦੇ, ਫਿਰ ਹੁਣ ਜਗਿਆਸਾ ਉਹਨਾਂ ਦੇ ਪੋਲੀਟੀਕਲੀ ਬਹੁਤ ਸੀ। ਹੰਸਰਾਜ ਹੰਸ ਨੇ ਕਦੇ ਅਕਾਲੀ ਦਲ ਦੇ ਟਾਹਣੀ ਤੇ ਜਾ ਕੇ ਬੈਠਿਆ, ਫਿਰ ਉੱਥੋਂ ਜਾ ਕੇ ਕਾਂਗਰਸ ਕੋਲ ਆ ਕੇ ਵੀ ਉੱਥੇ ਹਾਰਮੋਨੀਅਮ ਚੱਕ ਕੇ ਕੈਪਟਨ ਅਮਰਿੰਦਰ ਉਹਨਾਂ ਨੂੰ ਬੜੇ ਗੀਤ ਸੁਣਾਉਣ ਦੀ ਕੋਸ਼ਿਸ਼ ਕੀਤੀ, ਫਿਰ ਉੱਥੋਂ ਵਾਪਸ ਚਲੇ ਗਏ। ਫਿਰ ਜਾ ਕੇ ਇੱਕ ਵਾਰੀ ਕਹਿੰਦੇ ਆ ਕਿ ਮੈਂ ਇਸ ਤਰ੍ਹਾਂ ਦੇ ਮਾੜੇ ਕੰਮਾਂ 'ਚ ਪੈ ਨਹੀਂ ਸਕਦਾ, ਮੈਂ ਤਾਂ ਬੜੀ ਬਲੰਡਰ ਮਿਸਟੇਕ ਕੀਤੀ ਜ਼ਿੰਦਗੀ 'ਚ। ਫਿਰ ਉਹ ਆ ਕੇ ਜਦੋਂ ਇੱਕ ਮੌਕਾ ਮਿਲ ਗਿਆ ਬੀਜੇਪੀ ਵੱਲੋਂ, ਫਿਰ ਜਦੋਂ ਕਿਸੇ ਪੱਤਰਕਾਰ ਨੇ ਪੁੱਛ ਲਿਆ ਤਾਂ ਉਹਨੂੰ ਕਹਿੰਦੇ ਮੇਰੇ ਤਾਂ ਮੌਜ ਹੈ, ਮੈਂ ਜੋ ਕੁਛ ਮਰਜ਼ੀ ਕਰਾਂ। ਹੁਣ ਜਿਹੜੀ ਇਹਨਾਂ ਦੀ ਮੌਜ ਹੈ, ਜਿਹੜੀ ਮੌਕਾ ਪ੍ਰਸਤੀ ਵਾਲੀ ਮੌਜ ਹੈ ਨਾ ਇਹਨਾਂ ਦੀ, ਇਹ ਲੋਕ ਨੇ ਜਿਹੜੇ ਨੂੰ ਪਹਿਚਾਨਣ ਦੀ ਲੋੜ ਹੈ। ਦਲੇਰ ਮਹਿੰਦੀ ਪਹਿਲਾਂ ਜਦੋਂ ਤਾਂ ਉਹਨਾਂ ਤੇ ਕਬੂਤਰਬਾਜੀ ਦਾ ਕੇਸ ਪਿਆ, ਕਿਉਂਕਿ ਮੇਰਾ ਮਿੱਤਰ ਵੀ ਹੈ, ਪਰ ਜਿਹੜੀ ਗੱਲ ਸਹੀ ਆ ਉਹ ਸਹੀ ਕਹਿਣੀ ਚਾਹੀਦੀ ਹੈ। ਜਦੋਂ ਕਬੂਤਰਬਾਜੀ ਦਾ ਕੇਸ ਪਿਆ, ਉਦੋਂ ਮੈਂ ਪਟਿਆਲੇ, ਕਿਉਂਕਿ ਮੈਂ ਜਰਨਲਿਜ਼ਮ ਕਰਦਾ ਸੀ, ਮੇਰੇ ਕੋਲ ਲਗਾਤਾਰ ਇਹ ਆਉਂਦੇ ਹੁੰਦੇ ਸੀ। ਤਾਂ ਉਸ ਵੇਲੇ ਕਿਹੜਾ ਅਕਾਲੀ ਲੀਡਰ ਹੈ, ਕਿਉਂਕਿ ਉਸ ਵੇਲੇ ਕਾਂਗਰਸ ਦਾ ਰਾਜ ਸੀ, ਕੈਪਟਨ ਅਮਰਿੰਦਰ ਦੇ ਖਿਲਾਫ ਸੀ, ਉਸ ਵੇਲੇ ਤਾਂ ਅਕਾਲੀਆਂ ਕੋਲ ਆ ਕੇ ਮਿੰਟ ਰਾਗ ਲਾਉਣੀ ਵੀ ਹਾਂਜੀ ਮੈਨੂੰ ਕੇਸਾਂ 'ਚ ਕਢਵਾ ਦਿਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਫਿਰ ਉਹਨਾਂ ਤੋਂ ਬਾਅਦ ਚੋਂ ਦਲੇਰ ਮਹਿੰਦੀ ਸਾਹਿਬ ਦੀ ਤਬਦੀਲੀ ਇਸ ਤਰ੍ਹਾਂ ਦੀ, ਉਹਨਾਂ ਦੀ ਜਿਗਿਆਸਾ ਬਦਲੀ ਕਿ ਜਾ ਕੇ ਕਾਂਗਰਸ ਵਿੱਚ ਦਿੱਲੀ ਦੇ ਵਿੱਚ ਸ਼ਾਮਲ ਹੋ ਗਏ ਸੀ। ਉਹ ਸੋਨੀਆ ਗਾਂਧੀ ਦੇ ਗੁਣਗਾਨ ਲੱਗ ਗਏ ਸੀ ਕਰਨ। ਹੁਣ ਉੱਥੇ ਵੀ ਜਦ ਗੱਲ ਨਾ ਬਣੀ, ਹੁਣ ਦੁਬਾਰਾ ਕਿਉਂਕਿ ਕੁੜਮ ਸਾਹਿਬ ਬਣ ਗਏ ਆ ਦੂਜੇ ਪਾਸੇ, ਤਾਂ ਮੇਰੇ ਖਿਆਲ ਨਾਲ ਉਹਨਾਂ ਨੇ ਕਹਿਤਾ ਹੋਣਾ ਵੀ ਕੋਈ ਗੱਲ ਨਹੀਂ, ਤੂੰ ਭਰ ਕੇ ਮੁੱਠੀ ਲਿਆ ਕਣਕ ਦੀ, ਇੱਥੇ ਕਰ ਪ੍ਰਦਰਸ਼ਨ, ਮੋਦੀ ਸਾਹਿਬ ਕੋਲ ਆਪਾਂ ਜਾਂ ਵੱਡੀ ਲੀਡਰਸ਼ਿਪ ਉਹਦੇ ਕੋਲ ਤੇਰੀ ਵੀਡੀਓ ਪਹੁੰਚਾਵਾਂਗੇ, ਤੇਰਾ ਵੀ ਕਿਤੇ ਨਾ ਕਿਤੇ ਕੰਮ ਲੋਟ ਆ ਜੂ। ਸੋ ਇਹ ਜਿਹੜੀਆਂ ਜਿਗਾਸ਼ਾ ਨੇ ਇਹਨਾਂ ਦੀਆਂ, ਆਪਣੀ ਕੌਮ ਤੋਂ ਉੱਪਰ ਕੁਛ ਨਹੀਂ ਹੁੰਦਾ, ਆਪਣੇ ਸਿਦਕ ਤੋਂ ਉੱਪਰ ਕੁਛ ਨਹੀਂ ਹੁੰਦਾ। ਜਿੱਥੇ ਬਹੁਤ ਸਾਰੇ ਲੋਕਾਂ ਦੇ ਨਾਂ ਤੇ ਤੁਸੀਂ ਸਾਰੀ ਉਮਰ ਖਾਧਾ ਹੋਵੇ, ਤਾਂ ਉਹਨਾਂ ਦਾ ਜਦੋਂ ਮੁੱਲ ਮੋੜਨ ਦਾ ਮੌਕਾ ਆਉਂਦਾ ਹੈ, ਤੁਸੀਂ ਇਸ ਤਰ੍ਹਾਂ ਦੀ ਹਰਕਤ ਕਰਦੇ ਹੋ। ਤਾਂ ਦਲੇਰ ਮਹਿੰਦੀ ਉਹਨਾਂ ਦੀਆਂ ਲਗਾਤਾਰ, ਮੈਨੂੰ ਵੀ ਆਉਂਦੇ ਰਹਿੰਦੇ ਨੇ ਉਹਨਾਂ ਦੀਆਂ, ਪਰ ਇਹ ਜਿਹੜਾ ਉਹਨਾਂ ਨੇ ਇਸ ਵੇਲੇ ਬੀਜੇਪੀ ਦੇ ਨਾਲ ਖੜਨ ਦਾ ਜਿਹੜਾ ਫੈਸਲਾ, ਉਹ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਜੋ ਕੁਛ ਸਾਰਾ ਕੁਝ ਕਰ ਰਹੇ ਨੇ ਜਾਲੀ ਹੈ, ਇਹਦੇ ਸੱਚਾਈ ਕੁਛ ਨਹੀਂ। ਪਰ ਉਹ ਆਸਾਂ ਨੇ ਜਿਹੜੀਆਂ ਲੱਗਦੀਆਂ ਨੇ ਵੀ ਲਾਲ ਬੱਤੀ ਵਾਲੀ ਗੱਡੀ ਮਿਲ ਜੂ, ਗਨਮੈਨ ਮਿਲ ਜਾਣਗੇ, ਹੋਰ ਜੁਗਾੜ ਲੱਗ ਜੂਗਾ, ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੋਂ ਕਰਾ ਰਹੀਆਂ ਨੇ। ਪਰ ਇਹ ਗੱਲ ਯਾਦ ਰੱਖਣ ਕਿ ਪੰਜਾਬੀ ਨੇ, ਪੰਜਾਬੀ ਤਾਂ ਫਿਰ ਚੂੰਕਾਰ ਆਜ ਹਮਹੀਲ ਤੇ ਦਰ ਗੁਸਤ ਹਲਾਲ ਅਸਬੁਰਦਨ ਬਾ ਸ਼ਮਸ਼ੀਰ ਦਸਤਾਲਿਆਂ ਸੀ। ਜਦੋਂ ਫਿਰ ਤਾਰੇ ਨਵਾਰੇ ਸਾਰੇ ਨਿਬੜ ਜਾਂਦੇ ਆ ਨਾ, ਫਿਰ ਦਸਤਾਰ ਉਹਨੂੰ ਅਸੀਂ ਤਲਵਾਰ ਨੂੰ ਹੱਥ ਪਾਉਂਦੇ ਆ। ਹੁਣ ਸਾਡੇ ਵਾਸਤੇ ਸਾਰੇ ਦਰਵਾਜ਼ੇ ਬੰਦ ਹੋਏ ਨੇ, ਜਾਂ ਹੁਣ ਢਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਸਾਡਾ ਤਾਂ ਕੰਮ ਉਹ ਹੈ। ਹੁਣ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਸਾਡੇ ਨਾਲ ਹੁਣ ਖੜਨਗੇ ਤਾਂ ਠੀਕ ਹੈ, ਜੇਕਰ ਉਹ ਚੱਪਲਾਂ ਝਾੜਨੀਆਂ ਫਿਰ ਉਹਨਾਂ ਦੀ ਮਰਜ਼ੀ ਹੈ। ਬਿਲਕੁਲ, ਇੱਕ ਟਾਈਮ ਆਉਂਦਾ ਹੈਗਾ, ਕਹਿੰਦੇ ਨੇ 12 ਸਾਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਤੇ ਇਹ ਤਾਂ ਫਿਰ ਵੀ ਲੋਕ ਜਿਹੜੇ ਜਾਗ ਪਏ ਨੇ। ਹੁਣ ਬਹੁਤ ਹੋ ਗਿਆ ਸੀ ਪੰਜਾਬ ਦੇ ਨਾਲ, ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਸੀ, ਕੋਈ ਲੀਡਰ ਨਹੀਂ ਚੰਗਾ ਮਿਲ ਰਿਹਾ ਸੀ ਪੰਜਾਬ ਦੇ ਵਿੱਚ, ਬਹੁਤ, ਚਾਹੇ ਨਸ਼ਿਆਂ ਨੂੰ ਲੈ ਕੇ, ਚਾਹੇ ਸਿੱਖਿਆ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਜਾ ਕੇ ਦੇਖਦੇ ਸੀ, ਹਸਪਤਾਲਾਂ ਨੂੰ ਲੈ ਲਓ, ਕੋਈ ਵੀ ਚੀਜ਼ ਦੇਖਦੇ ਸੀ ਤਾਂ ਪੰਜਾਬ ਦੇ ਵਿੱਚ ਲੱਗਦਾ ਸੀ ਹੋ ਕੀ ਰਿਹਾ ਹੈਗਾ ਆ। ਪਰ ਹੁਣ ਜਿਹੜੀ ਇੱਕ ਨਵੀਂ ਲਹਿਰ ਦੀ ਤੁਸੀਂ ਗੱਲ ਕੀਤੀ ਹੈਗੀ ਆ, ਉਹ ਇੱਕ ਦੇਖਣ ਨੂੰ ਮਿਲੀ ਹੈਗੀ ਆ। ਈਵਨ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਲੋਕ ਪੂਰਾ ਸਪੋਰਟ ਕਰ ਰਹੇ ਨੇ, ਇੱਥੇ ਵੀ ਲੋਕ ਕਹਿ ਰਹੇ ਨੇ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਖਿਲਾਫ ਹੋ ਕੇ। ਉਹਨਾਂ ਨੇ ਵੀ ਇੱਥੇ, ਜੇ ਅਸੀਂ ਅਮਰੀਕਾ ਦੀ ਗੱਲ ਕਰੀਏ, ਅਸੀਂ ਇੱਥੇ ਕੈਨੇਡਾ ਦੀ ਗੱਲ ਕਰੀਏ, ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੀਆਂ ਨੇ। ਹੁਣ ਇੱਕ ਬਹੁਤ ਫਿਕਰ ਵਾਲੀ ਗੱਲ ਇਹ ਹੋ ਗਈ ਸੀ ਕਿ ਪ੍ਰਦਰਸ਼ਨ ਤਾਂ ਹੋ ਰਿਹਾ, ਭਾਰਤ ਵੀ ਬੰਦ ਹੋ ਰਿਹਾ, ਪਰ ਪ੍ਰਦਰਸ਼ਨਾਂ ਦੇ ਵਿੱਚ ਹਾਲ ਕੀ ਹੁੰਦਾ ਆ, ਉਹ ਅਸੀਂ ਸੋਚ ਕੇ ਬਹੁਤ ਇੱਕ ਲੱਗਦਾ ਸੀ ਵੀ ਪਤਾ ਨਹੀਂ ਕੀ ਹੋਣਾ ਆ। ਪਰ ਸ਼ਾਬਾਸ਼ੀ ਜਾਂਦੀ ਹੈ ਸਾਰਿਆਂ ਨੂੰ ਕਿ ਇਹ ਪ੍ਰਦਰਸ਼ਨ ਪੂਰੇ ਸ਼ਾਂਤਮਈ ਰਹੇ, ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲਿਆ, ਕਿਉਂਕਿ ਕਹਿੰਦੇ ਸੀ ਜੋਸ਼ ਦੇ ਵਿੱਚ ਅਸੀਂ ਹੋਸ਼ ਨਾ ਕਿਤੇ ਖੋ ਜਾਈਏ। ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਹ ਕਿਹਾ ਗਿਆ ਸੀ ਕਿ ਜੇ ਅਸੀਂ ਜੋਸ਼ ਦੇ ਨਾਲ ਚੱਲੇ ਹੈਗੇ ਆ, ਉੱਥੇ ਇਹ ਨਾ ਹੋਵੇ ਕਿ ਅਸੀਂ ਗਰਮ ਖੂਨ ਹੈ, ਕੁਝ ਵੀ ਹੋ ਸਕਦਾ, ਕਿਉਂਕਿ ਅਸੀਂ ਪੰਜਾਬੀ ਵੀ ਹੈਗੇ ਆ, ਕਿਸੇ ਨੇ ਥੋੜੀ ਜਿਹੀ ਗੱਲ ਵੀ ਕਹਿ ਦਿੱਤੀ ਤਾਂ ਅਸੀਂ ਤਾਂ ਫਿਰ ਤੁਹਾਨੂੰ ਪਤਾ ਸਭ ਕੁਝ ਭੁੱਲ ਜਾਈਦਾ ਤੇ ਲੜਾਈ
ਜਿੱਥੇ ਨਾ ਹੋਵੇ। ਮੈਨੂੰ ਲੱਗਦਾ ਜਦੋਂ ਅਸੀਂ ਵਿਆਹ ਸ਼ਾਦੀਆਂ ਦੀ ਵੀ ਗੱਲ ਕਰਦੇ ਹਾਂ ਕਿ ਵਿਆਹ ਸ਼ਾਦੀ ਤਾਂ ਲੜਾਈ ਤੋਂ ਬਿਨਾਂ ਪੂਰੇ ਹੀ ਨਹੀਂ ਹੁੰਦੇ ਹੈਗੇ, ਪਰ ਹੁਣ ਇਹ ਇੱਕ ਅਜਿਹਾ ਸੰਜੀਦਾ ਮਸਲਾ ਬਣ ਗਿਆ ਪੰਜਾਬ ਦੇ ਵਿੱਚ ਕਿ ਹਰ ਕੋਈ ਸਮਝ ਦੇ ਨਾਲ, ਸੂਝ-ਬੂਝ ਦੇ ਨਾਲ ਤੇ ਹੁਸ਼ਿਆਰੀ ਦੇ ਨਾਲ ਜਿਹੜਾ ਕੰਮ ਕਰ ਰਿਹਾ ਹੈਗਾ ਆ। ਤੇ ਸਿਰਫ ਕਿਸਾਨਾਂ ਦੇ ਹੱਕ ਦੀ ਜਿਹੜੀ ਗੱਲ ਹੋ ਰਹੀ ਹੈ, ਇਕੱਲੇ ਕਿਸਾਨ ਨਹੀਂ, ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ। ਆੜਤੀਆਂ ਦੀ ਤੁਸੀਂ ਗੱਲ ਕੀਤੀ ਹੈ, ਮਜ਼ਦੂਰ ਵਰਗ ਦੀ ਗੱਲ ਕੀਤੀ ਹੈ, ਹਰ ਕੋਈ ਜੁੜਿਆ ਹੋਇਆ ਹੈ ਇਹਨਾਂ ਆਰਡੀਨੈਂਸਾਂ ਦੇ ਨਾਲ ਤੇ ਹਰ ਕੋਈ ਸ਼ਾਂਤਮਈ ਢੰਗ ਦੇ ਨਾਲ, ਜਿਵੇਂ ਅਸੀਂ ਗੱਲ ਕੀਤੀ, ਬੜੀ ਵਧੀਆ ਤਰੀਕੇ ਦੇ ਨਾਲ ਇਹ ਰੈਲੀ ਜਿਹੜੀ ਗਈ ਹੈ। ਪਰ ਇਹਦੇ ਵਿੱਚ ਰਾਜਨੀਤਿਕ ਸ਼ਖਸੀਅਤਾਂ ਦੀ ਆਲੋਚਨਾ ਵੀ ਹੋਈ ਹੈ ਜੀ। ਉਹ ਕਾਰਨ ਇਹ ਹੈ ਅਰਸ਼ ਜੀ ਕਿ ਜਿਸ ਤਰੀਕੇ ਨਾਲ ਤੁਸੀਂ ਆਹ ਜ਼ਿਕਰ ਕੀਤਾ ਨਾ ਐਂਡ ਵਾਲੀ ਗੱਲ 'ਚ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਫਿਰ ਕੇਂਦਰ ਦੇ ਵਿੱਚ ਬੈਠੀ ਸਰਕਾਰ ਹੈ, ਉਹਨੇ ਜਿਹੜੀ ਚਾਲ ਚੱਲੀ ਹੈ ਉਹ ਬੜੀ ਗਿਣ ਮਿੱਥ ਕੇ ਚੱਲੀ ਹੈ ਜੀ। ਉਹਨਾਂ ਨੂੰ ਲੱਗਦਾ ਸੀ ਕਿ ਇਸ ਵੇਲੇ ਜਿਹੜੀ ਦੇਸ਼ ਦੇ ਵਿੱਚ ਕੋਵਿਡ ਦੀ ਹੈ, ਇਸ ਦੇ ਵਿੱਚੋਂ ਰਾਜਨੀਤਿਕ ਕਿਸ ਤਰੀਕੇ ਨਾਲ ਆਪਣੀਆਂ ਜਿਹੜੀਆਂ ਮਨੋਕਾਮਨਾਵਾਂ ਨੇ, ਜਿਹੜੀਆਂ ਦਿਲ ਦੇ ਵਿੱਚ ਬਹੁਤ ਸਾਰੀਆਂ ਸਾਡੇ ਦਬੀਆਂ ਹੋਈਆਂ ਨੇ, ਉਹਨਾਂ ਨੂੰ ਕਿਵੇਂ ਪੂਰਾ ਕਰਾਂਗੇ। ਰੋਟੀਆਂ ਕਿਵੇਂ ਸੇਕ ਸਕਦੇ ਹਾਂ, ਰੋਟੀਆਂ ਕਿਵੇਂ ਸੇਕ, ਜਾਂ ਉਹਨਾਂ ਤੋਂ ਕਿਵੇਂ ਅਸੀਂ ਆਪਣੀਆਂ ਜਿਹੜੀਆਂ ਅਸੀਂ ਨਹੀਂ ਆਮ ਹਾਲਾਤਾਂ 'ਚ ਕਰ ਸਕਦੇ। ਤੁਹਾਨੂੰ ਯਾਦ ਹੋਣਾ 2014 'ਚ ਵੀ ਇਹ ਨਰਿੰਦਰ ਮੋਦੀ ਹੋਣਾ ਨੇ ਉਸ ਵੇਲੇ ਵੀ ਇਹ ਬਿੱਲ ਲੈ ਕੇ ਆਏ ਸੀ, ਆਰਡੀਨੈਂਸ ਲਿਆਏ ਸੀ ਕਿ ਜ਼ਮੀਨਾਂ ਅਸੀਂ ਐਕਵਾਇਰ ਕਰਨੀਆਂ ਨੇ ਜੀ। ਉਸ ਵੇਲੇ ਪ੍ਰੋਟੈਸਟ ਹੋਇਆ, ਉਸ ਵੇਲੇ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ। ਹੁਣ ਇਹ ਫੇਰ ਫੁੱਲ ਫਲੈਜ ਮੈਜੋਰਟੀ 'ਚ ਨੇ। ਸੋ ਇਸੇ ਕਰਕੇ ਲੋਕ ਜਿਹੜੇ ਫਿਲਾਸਫਰ ਨੇ ਨਾ, ਉਹ ਕਹਿੰਦੇ ਹੁੰਦੇ ਆ ਕਿ ਜੇਕਰ ਲੋਕ ਸੜਕਾਂ ਤੇ ਰਹਿਣਾ ਹੋਣ ਤਾਂ ਜਿਹੜੀ ਪਾਰਲੀਮੈਂਟ ਹੁੰਦੀ ਹੈ ਆਪ ਹੁਦਰੀ ਹੋ ਜਾਂਦੀ ਹੈ। ਇਸ ਵੇਲੇ ਆਪ ਹੁਦਰੀ ਹੋਈ ਹੋਈ ਆ ਪਾਰਲੀਮੈਂਟ। ਜਿਹੜਾ ਸਾਡਾ ਸ਼ਾਸਕ ਹੈ ਉਹ ਮਤਲਬ ਲੋਕਤੰਤਰ ਦੀ ਬਜਾਏ ਨਾ ਦੂਸਰੇ ਪਾਸੇ ਵੱਲ ਡੰਡਾ ਤੰਤਰ, ਜਾਂ ਫਿਰ ਕਹਿ ਲਈਏ ਵੀ ਮਾੜਾ ਲਫ਼ਜ਼ ਮੈਂ ਨਾ ਵਰਤਾਂ, ਉਸ ਜਿਹੜੀ ਬੂ ਉਹਨਾਂ ਦੇ ਵਿੱਚੋਂ ਆ ਰਹੀ ਹੈ, ਉਹ ਸਾਰੀ ਚੀਜ਼ ਦੇ ਵਿੱਚ ਹੁਣ ਲੋਕਾਂ ਨੂੰ ਸੰਘਰਸ਼ ਵਾਸਤੇ ਸੜਕਾਂ ਤੇ ਆਉਣਾ ਪੈਣਾ ਹੈ। ਪਿਛਲੇ ਸਮੇਂ 'ਚ ਉਹਨਾਂ ਨੇ ਇਹ ਚੁੰਡੀ ਵੱਢ ਕੇ ਲੋਕਾਂ ਨੂੰ ਦੇਖੀਆਂ, ਜਿਹੜੇ ਕੇਸ ਹੋਏ, ਚਾਹੇ ਧਾਰਾ 370 ਸੀ, ਉੱਥੇ ਲਾ ਕੇ ਆਰਮੀ ਜਿਸ ਤਰੀਕੇ ਨਾਲ ਦਮਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ, ਇਹਨਾਂ ਨੂੰ ਲੱਗਾ ਵੀ ਕੀ ਕਰ ਲਿਆ ਕਿਸੇ ਨੇ ਕੁਛ। ਫਿਰ ਸੀਏ ਦੇ ਮਾਮਲੇ ਦੇ ਵਿੱਚ ਜੇ ਕਰਨੀ ਤਾਂ ਡਿਵੈਲਪਮੈਂਟ ਦੀ ਗੱਲ ਚਾਹੀਦੀ ਸੀ, ਚਾਹੀਦਾ ਤੇ ਇਹ ਸੀ ਕਿ ਨੌਜਵਾਨ ਵਰਗ ਜਿਹੜਾ 65% ਸਾਡੇ ਮੁਲਕ ਦੇ ਵਿੱਚ ਹੈ, ਉਹਨੂੰ ਨੌਕਰੀ ਕਿਵੇਂ ਦੇਣੀ ਹੈ, ਉਹਦਾ ਭਵਿੱਖ ਕਿਵੇਂ ਬਣਾਉਣਾ ਹੈ। ਉਹ ਭਵਿੱਖ ਦੀ ਬਜਾਏ ਉਹਨਾਂ ਨੂੰ ਵੀ ਆ ਪਾਕਿਸਤਾਨ ਨਾਲ ਸਾਡੀ ਲੜਾਈ ਹੋਣ ਲੱਗੀ ਹੈ, ਜੇ ਅਸੀਂ ਪਾਕਿਸਤਾਨ ਨੂੰ ਆਹ ਕਰ ਦੇਣਾ ਹੈ, ਦੂਜੇ ਪਾਸੇ ਜੀ ਰਾਮ ਮੰਦਿਰ ਦਾ ਉਹ ਚਲਾ ਲੈਣਾ ਹੈ। ਤੁਸੀਂ ਧਰਮ ਦੇ ਨਾਂ ਤੇ ਕਿੰਨੀ ਦੇਰ ਗੁੰਮਰਾਹ ਕਰਦੇ ਰਹੋਗੇ। ਇਹ ਬੜਾ ਮਾੜਾ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ। ਚਾਹੀਦਾ ਤਾਂ ਇਹ ਸੀ ਕਿ ਜਿਹੜੀ 2 ਕਰੋੜ ਨੌਕਰੀਆਂ ਸੀ ਹਰ ਸਾਲ ਦੇਣੀਆਂ ਸੀ, ਉਹ 2 ਕਰੋੜ ਨੌਕਰੀਆਂ ਦੇਣ ਦੀ ਬਜਾਏ ਹਰ ਸਾਲ 5-7 ਲੱਖ ਨੌਕਰੀ ਜਾਣ ਲੱਗੀ। ਪਰ ਲੋਕਾਂ ਨੇ ਬਿਲਕੁਲ ਇਸ ਤਰੀਕੇ ਨਾਲ ਭਵੱਤਰ ਗਏ, ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਮੀਡੀਆ ਸਾਰਾ ਸੈੱਟ ਕੀਤਾ ਹੋਇਆ। ਮੀਡੀਆ ਦਿਨ ਤੋਂ ਰਾਤ ਉਹਨਾਂ ਦਾ ਗੁਣਗਾਨ ਕਰਦਾ। ਲੋਕਾਂ ਦਾ ਨੁਕਸਾਨ ਹੋਣ ਦੇ ਬਾਵਜੂਦ ਅਰਸ਼ੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਅਸਲ 'ਚ ਇਹਦਾ ਕਰੀਏ ਕੀ, ਵੀ ਇਹਨੂੰ ਕਿਸ ਪਾਸੇ ਨੂੰ ਜਾਈਏ। ਲੋਕ ਬੇਚੈਨ ਵਿੱਚ ਤੇ ਜੇ ਮਹਿਸੂਸ ਕਰ ਰਹੇ ਆ। ਹੁਣ ਜਿਹੜੀ ਗੱਲ ਰਹੀ, ਤੁਸੀਂ ਉਹਦੀ ਚਰਚਾ ਕੀਤੀ ਆ ਕਿ ਲੀਡਰਾਂ ਦੀ ਚਰਚਾ ਆਪਾਂ ਬ੍ਰੇਕ ਤੋਂ ਬਾਅਦ ਕਰ ਲਈ। ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ। ਬ੍ਰੇਕ ਲੈ ਲੈਂਦੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਜੀ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਆਰਡੀਨੈਂਸਾਂ ਦੇ ਬਾਰੇ ਤੇ ਨਾਲ ਜੋ ਧਰਨਾ ਪ੍ਰਦਰਸ਼ਨ ਹੋਇਆ ਉਹਨਾਂ ਦੇ ਬਾਰੇ, ਕੀ ਹੁਣ ਅਗਲਾ ਹਿੱਸਾ ਹੋਣ ਵਾਲਾ ਹੈ ਉਸ ਬਾਰੇ ਵੀ ਗੱਲਬਾਤ ਹੋਵੇਗੀ, ਭਵਿੱਖ ਕੀ ਹੋਵੇਗਾ ਇਸ ਬਾਰੇ ਵੀ ਗੱਲਬਾਤ ਹੋਵੇਗੀ। ਪਰ ਇਸ ਸ਼ੋਅ ਦੇ ਵਿੱਚ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਪ੍ਰੋਗਰਾਮ ਚੱਲ ਰਿਹਾ ਸਟ੍ਰੇਟ ਟਾਕ ਸਿੱਧੀ ਗੱਲ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਕਿਸਾਨਾਂ ਦੇ ਬਾਰੇ। ਹਰਪ੍ਰੀਤ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਲੀਡਰਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਬਹੁਤ ਨਿੰਦਾ ਹੋਈ ਆ ਉਹਨਾਂ ਦੀ, ਉਹਨਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਖਰੀਆਂ ਖੋਟੀਆਂ ਸੁਣਾਈਆਂ ਹੈਗੀਆਂ ਨੇ। ਆਖਿਰਕਾਰ ਉਹ ਟਾਈਮ ਆ ਗਿਆ ਜਦੋਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਕਿਹੜੇ ਲੀਡਰ ਦੀ ਸੁਣਨੀ ਚਾਹੀਦੀ ਹੈ, ਕਿਹੜੇ ਦੀ ਨਹੀਂ। ਮੈਨੂੰ ਲੱਗਦਾ ਉਹਨਾਂ ਨੇ ਇਸ ਵਾਰ ਲੀਡਰਸ ਦੀ ਸੁਣੀ ਹੋਈ ਨਹੀਂ ਹੈਗੀ, ਸਾਰੇ ਇੱਕਮਿਕ ਹੋ ਕੇ ਸਿਰਫ ਲੋਕਾਂ ਦੀ ਆਵਾਜ਼ ਜਿਹੜੀ ਉਹ ਸਾਹਮਣੇ ਆਈ ਹੈ। ਲੀਡਰਸ ਕਿਹੜਿਆਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ? ਉਹਦਾ ਕਾਰਨ ਹੈ, ਕਾਰਨ ਇਹ ਹੈ ਕਿਉਂਕਿ ਲੀਡਰਾਂ ਦੀ ਆਪਣੀਆਂ ਕੀਤੀਆਂ ਹੋਈਆਂ ਕਰਤੂਤਾਂ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ। ਇਹ ਜਿਹੜੀ ਮੌਕਾ ਪ੍ਰਸਤੀ ਸੀ ਪਹਿਲਾਂ ਚੱਲ ਜਾਇਆ ਕਰਦਾ ਸੀ ਇਹ ਕੰਮ, ਹੁਣ ਹੈਗਾ ਅਸਲ 'ਚ ਸੋਸ਼ਲ ਮੀਡੀਆ ਦਾ ਯੁੱਗ। ਹੁਣ ਤਾਂ ਹਰ ਇੱਕ ਬੰਦਾ ਜਰਨਲਿਸਟ ਹੈ, ਹਰ ਇੱਕ ਬੰਦੇ ਦੇ ਹੱਥ 'ਚ ਮੋਬਾਈਲ ਹੈ, ਹਰ ਇੱਕ ਬੰਦੇ ਦੇ ਹੱਥ 'ਚ ਸੋਸ਼ਲ ਮੀਡੀਆ। ਜਿਹੜੀਆਂ ਤੁਹਾਡੀਆਂ ਪੁਰਾਣੀਆਂ ਕਰੀਆਂ ਹੋਈਆਂ ਹੈ ਨਾ, ਕਹਿੰਦੇ ਹੁੰਦੇ ਵੀ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਸੀ ਮੂੰਹ ਨਾਲ ਖੋਲਣੀਆਂ, ਲੋਕ ਝੱਟ ਪੇਸ਼ ਕਰ ਦਿੰਦੇ ਆ। ਹੁਣ ਇਸ ਸਾਰੇ ਆਰਡੀਨੈਂਸ ਦੇ ਵਿੱਚ ਜਾਂ ਇਸ ਜਿਹੜੀ ਇਸ ਵੇਲੇ ਸੰਘਰਸ਼ ਚੱਲ ਰਿਹਾ ਹੈ, ਇਸ ਦੇ ਵਿੱਚ ਕਈ ਪ੍ਰਕਾਰ ਦੀਆਂ ਪਾਰਟੀਆਂ ਨੇ ਰਾਜਨੀਤਿਕ, ਜਿਹੜੀ ਤੁਸੀਂ ਚਰਚਾ ਕੀਤੀ ਹੈ। ਕੁਝ ਪਾਰਟੀਆਂ ਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿਸੇ ਵੇਲੇ ਇਸ ਬਿੱਲ ਦੀ ਹੱਕ ਦੇ ਵਿੱਚ ਬੋਲਿਆ ਕਰਦੀਆਂ ਸੀ,
ਫਿਰ ਸਮਾਂ ਤਬਦੀਲ ਹੋਇਆ, ਹੁਣ ਉਹਦੀ ਮੁਖਾਲਫਤ ਉਹਦੇ ਖਿਲਾਫ ਬੋਲ ਰਹੀਆਂ ਨੇ। ਤੇ ਕੁਝ ਪਾਰਟੀਆਂ ਇਸ ਤਰ੍ਹਾਂ ਦੀਆਂ ਸੀ ਕਿ ਜਿਹੜੀਆਂ ਉਹਨਾਂ ਦੇ ਹੱਕ 'ਚ ਬੋਲਿਆ ਕਰਦੀਆਂ ਸੀ, ਹੁਣ ਤੱਕ ਹੱਕ ਬੋਲਿਆ ਕਰਦੀ ਸੀ, 13-14 ਸਤੰਬਰ ਤੱਕ ਵੀ ਹੱਕ 'ਚ ਬੋਲਿਆ ਕਰਦੀਆਂ ਸੀ। ਜਦੋਂ ਜਮਾਂ ਹੀ ਮੌਕਾ ਨੇੜੇ ਆ ਗਿਆ, ਫਿਰ ਜਦੋਂ ਦੇਖਿਆ ਕਿ ਸਾਰਾ ਪਿੰਡ ਇੱਕ ਪਾਸੇ ਤੇ ਇਕੱਲਾ ਕਹਿੰਦਾ ਵੀ ਚਰਨਿਆਂ ਦਾ ਮੁੰਡਾ ਕੀ ਕਰੂਗਾ, ਉਹ ਜਿਹੜੇ ਇੱਕ ਪਾਸੇ ਜਿਹੜੇ ਇਕੱਲੇ ਹੋ ਗਏ, ਫਿਰ ਉਹਨਾਂ ਨੂੰ ਵੀ ਯੂ ਟਰਨ ਲੈਣਾ ਪੈ ਗਿਆ। ਕੁਝ ਪਾਰਟੀਆਂ ਇਸ ਤਰ੍ਹਾਂ ਦੇ ਜਿਹੜੀਆਂ ਬੜਾ ਨਿਊਟਰਲ ਰੱਖਦੀਆਂ ਸੀ। ਹੁਣ ਇਸ ਮਾਮਲੇ 'ਚ ਜਿਹੜੇ ਉਹਨਾਂ ਦੇ ਪੁਰਾਣੇ ਕੀਤੇ ਹੋਏ ਤਜਰਬੇ ਸੀ ਜਾਂ ਜਿਹੜੀਆਂ ਪੁਰਾਣੀਆਂ ਸਪੋਰਟ ਕੀਤੀਆਂ ਹੋਈਆਂ ਸੀ, ਲੋਕਾਂ ਕੋਲ ਵੀਡੀਓ ਉਹ ਵੀ ਪਈਆਂ ਨੇ। ਫਿਰ ਜਦੋਂ ਹੁਣ ਇਹ ਆਪਣਾ ਮਤਲਬ ਪੂਰਾ ਆ ਕੇ ਸੰਘਰਸ਼ ਦੇ ਵਿੱਚ ਘਿਓ ਖਿਚੜੀ ਹੋਣ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਉਹਨਾਂ ਦੇ ਹਮਦਰਦ ਬਣਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਲੋਕ ਉਹ ਸਾਹਮਣੇ ਵੀਡੀਓ ਧਰ ਦਿੰਦੇ ਆ ਵੀ ਤੂੰ ਅਸਲ ਬੰਦਾ ਉਹ ਹੈ ਜਾਂ ਅਸਲ ਬੰਦਾ ਹੁਣ ਹੈ, ਸਾਨੂੰ ਹੁਣੇ ਕਰਕੇ ਦੱਸ। ਇਸ ਕਰਕੇ ਨੌਜਵਾਨ ਵਰਗ 'ਚ ਖਾਸ ਤੌਰ ਤੇ ਜਿਹੜਾ ਸੋਸ਼ਲ ਮੀਡੀਆ ਯੂਜ਼ ਕਰਦਾ ਹੈ, ਉਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਕਾਫੀ ਗੁੱਸਾ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਖਿਲਾਫ। ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰੀਏ, ਕੱਲ ਪਤਾ ਲੱਗਿਆ ਕਿ ਕਪੂਰਥਲੇ ਦੇ ਕੋਲ ਬੀਬੀ ਜਗੀਰ ਕੌਰ, ਜਿਹੜੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਦਲ ਦੀ ਪ੍ਰਧਾਨ ਹੈ, ਉਹ ਕਿਤੇ ਗਈ ਰੈਲੀ ਦੇ ਵਿੱਚ ਜਾਂ ਧਰਨੇ ਦੇ ਵਿੱਚ ਗਈ, ਤਾਂ ਧਰਨੇ ਦੇ ਵਿੱਚ ਉੱਥੇ ਲੋਕਾਂ ਨੇ ਉਹਨੂੰ ਸਵਾਲ ਕਰਨੇ ਸ਼ੁਰੂ ਕਰਤੇ ਕਿ ਤੁਹਾਡਾ ਕੀ ਕਿਰਦਾਰ ਕੀ ਹੈ, ਤੁਹਾਡਾ ਸਵਾਲ ਕੀ ਨੇ। ਹਾਲਾਂਕਿ ਬੀਬੀ ਆਪਣਾ ਭਾਸ਼ਣ ਲਗਾਤਾਰ ਜਾਰੀ ਰੱਖਦੀ ਰਹੀ, ਪਰ ਜਦੋਂ ਪਤਾ ਲੱਗਾ ਵੀ ਮਾਹੌਲ ਖਰਾਬ ਨਾ ਹੋ ਜੇ, ਫਿਰ ਬੀਬੀ ਜੀ ਉਹਨੇ ਉੱਥੋਂ ਨਿਕਲ ਗਏ। ਇਸੇ ਤਰੀਕੇ ਨਾਲ ਇਹਨਾਂ ਦੇ ਸ਼ੀਤਲ ਸਿੰਘ ਠੰਡਲ ਸਾਹਿਬ, ਜਿਹੜੇ ਕਿ ਅਕਾਲੀ ਦਲ ਦੇ ਲੀਡਰ ਨੇ, ਤੇ ਠੰਡਲ ਸਾਹਿਬ ਵੀ ਜਦੋਂ ਇੱਕ ਧਰਨੇ ਦੇ ਵਿੱਚ ਉੱਥੇ ਗਏ, ਤਾਂ ਉੱਥੇ ਵੀ ਨੌਜਵਾਨ ਇਹਨਾਂ ਨੂੰ ਸਵਾਲ ਪੁੱਛ ਲਏ ਵੀ ਤੁਸੀਂ ਤਾਂ ਮੋਦੀ ਦੇ ਯਾਰ ਹੋ, ਤੁਸੀਂ ਕੀ ਕਰਨਾ ਹੈ ਇੱਥੇ, ਤੁਹਾਡਾ ਕੀ ਇੱਥੇ ਦਾ ਕੰਮ। ਤਾਂ ਉਹਨਾਂ ਨੂੰ ਵੀ ਕਹਿੰਦੇ ਉੱਥੋਂ ਬਹਿ ਕੇ ਨਿਕਲਣਾ ਪਿਆ। ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੇ ਲੀਡਰ, ਜਿਵੇਂ ਕਾਂਗਰਸੀ ਲੀਡਰਾਂ ਦੇ ਮਾਮਲੇ 'ਚ ਦਰਸ਼ਨ ਸਿੰਘ ਬਰਾੜ ਹੈ ਮੋਗੇ ਕੋਲ ਦਾ, ਉਹ ਆਪਣੇ ਸਣੇ ਮੁੰਡੇ ਨੂੰ ਲੈ ਕੇ ਧਰਨੇ ਦੇ ਵਿੱਚ ਗਿਆ, ਤਾਂ ਉੱਥੋਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀਆਂ ਝੰਡੀਆਂ ਕਿਵੇਂ ਚੱਕੀ ਫਿਰਦੇ ਹੋ ਬਈ, ਤੁਹਾਡਾ ਇੱਥੇ ਦਾ ਕੰਮ ਕੀ, ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰਨਾ, ਤੁਸੀਂ ਝੰਡੀ ਚੱਕ ਸਕਦੇ, ਤੁਸੀਂ ਪੋਲੀਟੀਕਲ ਬੰਦੇ ਹੋ, ਤੁਹਾਡਾ ਇੱਥੇ ਦਾ ਕੀ ਕੰਮ ਹੈ। ਉਸ ਤੋਂ ਇਲਾਵਾ ਫਿਰ ਲੁਧਿਆਣੇ ਦੇ ਇਲਾਕੇ ਵੀ ਕੁਝ ਕਾਂਗਰਸੀ ਸੀ, ਕਾਂਗਰਸੀਆਂ ਦੇ ਨਾਲ ਜਿਹੜੀਆਂ ਸਾਡੇ ਥੋੜੇ ਗਰਮ ਖਿਆਲੀ ਸੀ, ਉਹਨਾਂ ਦੀ ਤੂੰ ਮੈਂ ਵੀ ਹੋਈ। ਇਸੇ ਤਰ੍ਹਾਂ ਦੀ ਖਬਰ ਆਪਣੇ ਰਾਜਪੁਰੇ ਤੋਂ ਸ਼ੰਭੂ ਦੇ ਕੋਲ, ਉੱਥੇ ਦੀ ਵੀ ਖਬਰਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ। ਕਹਿਣ ਦਾ ਭਾਵ ਵੀ ਕਿਹੜਾ ਏਰੀਆ ਜਿੱਥੇ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਦਾਅਵਾ ਇਹ ਕਰਦੀਆਂ ਸੀ ਕਿ ਹਾਂਜੀ ਅਸੀਂ ਸਭ ਤੋਂ ਨੇੜੇ ਕਿਸਾਨਾਂ ਦੇ ਚਲੇ ਜਾਈਏ, ਕਿਸਾਨਾਂ ਦੇ ਨੇੜੇ ਇਸ ਕਰਕੇ ਚਲੇ ਜਾਈਏ ਕਿਉਂਕਿ 2022 ਆ ਰਹੀ ਹੈ, ਇਸ ਕਰਕੇ ਜੇ ਹੁਣ ਇਹਨਾਂ ਦੇ ਨੇੜੇ ਨੇੜੇ ਲੱਗਾਂਗੇ ਤਾਂ ਇਹ ਸਾਨੂੰ ਨੇੜੇ ਲੱਗਣ ਦੇਣਗੇ। ਪਰ ਉਹਨਾਂ ਨੇ ਲਿਖ ਕੇ ਲਾਤਾ ਪਿੰਡਾਂ 'ਚ ਕਿ ਜਿਹੜਾ ਮੌਕੇ ਤੇ ਕਿਸਾਨੀ ਨਾਲ ਖੜੂ ਉਹੀ ਸਾਡੇ ਪਿੰਡ 'ਚ ਬੜੂ, ਨਹੀਂ ਅਸੀਂ ਲੰਘਣ ਨਹੀਂ ਕੋਈ ਦੇਣਾ। ਹੁਣ ਉਹ ਸਾਰੀਆਂ ਚੀਜ਼ਾਂ 'ਚ ਇਹ ਤਾਂ ਮਿਹਨਤ ਤਰਲੇ ਕਰਦੇ ਫਿਰਦੇ ਆ ਰਾਜਨੀਤਿਕ ਲੋਕ, ਤਾਂ ਇਹ ਤਾਂ ਮੌਕਾ ਪ੍ਰਸਤ ਲੋਕ ਹੁੰਦੇ ਆ, ਇਹਨਾਂ ਦੀਆਂ ਚਾਲਾਂ ਤੁਹਾਨੂੰ ਪਤਾ ਵੀ ਮਿੰਟ 'ਚ ਯੂ ਟਰਨ ਲੈ ਜਾ ਕਰਦੇ ਆ। ਸੋ ਕਿਸਾਨ ਸਮਝਦੇ ਆ ਕਿ ਜਿਹੜੀ ਸਾਡੀ ਲੜਾਈ ਹੈ ਇਹਨੂੰ ਇਹ ਰਾਜਨੀਤਿਕ ਪਾਰਟੀਆਂ ਹਾਈਜੈਕ ਨਾ ਕਰ ਲੈਣ। ਇਸ ਕਰਕੇ ਕਿਸਾਨਾਂ ਨੂੰ ਐ ਕਿ ਅਸੀਂ ਆਪਣੀ ਲੜਾਈ ਆਪ ਲੜੀਏ, ਇਹਨਾਂ ਨੂੰ ਚਾਹੀਦਾ ਵੀ ਇਹੀ ਹੈ। ਮੈਂ ਤਾਂ ਇਹੀ ਕਹਿਣਾ, ਪਿੱਛੇ ਮੇਰੇ ਨਾਲ ਕਿਸਾਨ ਜਥੇਬੰਦੀ ਦੇ ਕੋਈ ਸੀਨੀਅਰ ਲੀਡਰ ਗੱਲ ਕਰ ਰਹੇ ਸੀ, ਮੈਨੂੰ ਕਹਿ ਰਹੇ ਸੀ, ਕਹਿੰਦੇ ਜੀ ਸਾਨੂੰ ਫੋਨ ਬੜੇ ਕਰਦੇ ਆ ਕਿ ਆ ਜਾਓ ਵੀ ਸਾਡੇ ਕੋਲ, ਕਹਿੰਦਾ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਆਉਣਾ ਆ ਕੇ ਇਹ ਨਹੀਂ ਹੈ ਵੀ ਸਟੇਜ ਤੇ ਬਹਿ ਜਾਓਗੇ, ਆਪਣੇ ਪਿੱਛੇ ਦਰੀਆਂ ਬੜੀਆਂ ਹੋਈਆਂ ਨੇ, ਉੱਥੇ ਬੈਠੋ, ਸੁਣੋ ਤੇ ਚਲੋ ਆਪੋ ਆਪਣੇ ਘਰ ਨੂੰ, ਇੱਥੇ ਆ ਕੇ ਕੋਈ ਇੱਥੇ ਸਿਆਸਤ ਕੋਈ ਨਹੀਂ ਕਰਨੀ। ਸੋ ਉਹ ਸਾਰੀ ਚੀਜ਼ ਦੇ ਵਿੱਚ ਨੌਜਵਾਨ ਵਰਗ ਹੈ ਉਹ ਇਸ ਤੇ ਇਸੇ ਕਰਕੇ ਇਹਨਾਂ ਨੂੰ ਜਿਹੜੀਆਂ ਇਹਨਾਂ ਨੇ ਕਾਰਵਾਈਆਂ ਜਿਹੜੀਆਂ ਰਾਜਨੀਤਿਕ ਲੋਕ ਖੇਡਾਂ ਖੇਡਦੇ ਆ, ਹੁਣ ਉਹਨਾਂ ਤੋਂ ਜਾਗਰੂਕਤਾ ਵੀ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਦਿਖਾਈ ਹੈ। ਇਸੇ ਕਰਕੇ ਇਹਨਾਂ ਦਾ ਪ੍ਰੋਟੈਸਟ ਜਿਹੜਾ ਰਾਜਨੀਤਿਕ ਲੋਕਾਂ ਦੇ ਖਿਲਾਫ ਹੋ ਰਿਹਾ ਹੈ। ਇੱਥੇ ਇੱਕ ਹੋਰ ਇੰਪੋਰਟੈਂਟ ਹੈ ਅਰਸ਼ੀ, ਉਹ ਇਹ ਹੈ ਕਿ ਜਿਹੜਾ ਇਹ ਸਾਰਾ ਪ੍ਰੋਟੈਸਟ ਹੋ ਰਿਹਾ ਹੈ ਕਿ ਇਹ ਸਹੀ ਤਰੀਕੇ ਦੇ ਨਾਲ, ਕਿਉਂਕਿ ਇਹ ਲੜਾਈ ਬੜੀ ਲੰਬੀ ਲੜੀ ਜਾਣੀ ਹੈ। ਗਾਹਾਂ ਮੋਦੀ ਬੈਠਾ ਹੈ, ਮੋਦੀ ਨੂੰ ਇਹ ਭੁਲੇਖਾ ਕਿ ਮੈਨੂੰ ਬਣਾ ਕੇ ਰੱਬ ਬਾੜ 'ਚ ਵੜ ਗਿਆ, ਮੁੜ ਕੇ ਮੇਰੇ ਵਰਗਾ ਬੰਦਾ ਨਾ ਪੈਦਾ ਹੋਇਆ ਨਾ ਹੋਣਾ ਹੈ, ਕਿਉਂਕਿ ਉਹਨੇ ਤਾਂ ਪਿਛਲੇ 74 ਸਾਲ ਦੀਆਂ ਸਾਰੀਆਂ ਸਰਕਾਰਾਂ, ਚਾਹੇ ਉਹ ਕਾਂਗਰਸ ਸੀ, ਚਾਹੇ ਕੋਈ ਲੈਫਟ ਫਰੰਟ ਦੀ ਸੀ, ਚਾਹੇ ਅਟਲ ਬਿਹਾਰੀ ਵਾਜਪਾਈ ਵਰਗਾ ਯੁੱਗ ਪੁਰਸ਼ ਸੀ, ਉਹ ਕਹਿੰਦਾ ਵੀ ਸਾਰੇ ਉਹ ਤਾਂ ਫੇਲ ਸੀ। ਇਹ ਤਾਂ 2014 ਤੋਂ ਬਾਅਦ ਇੱਕੋਦਮ ਜਨਮ ਹੋਇਆ, ਜਿਵੇਂ ਮਹਾਭਾਰਤ 'ਚ ਹੁੰਦਾ ਸੀ ਨਹੀਂ, ਵੱਡੇ ਫਲਾਣਾ ਪੈਦਾ ਹੋ ਗਿਆ ਜੀ, ਕੱਗ ਜੀ ਜਗੀ, ਵੀ ਇਹ ਤਾਂ ਮੋਦੀ ਸਾਹਿਬ ਤੋਂ ਬਾਅਦ ਹੀ ਇਹ ਸਾਰਾ ਕੁਝ ਬਣਿਆ, ਪਹਿਲਾਂ ਤਾਂ ਸਾਰਾ ਕੁਝ ਇੱਥੇ ਤਾਂ ਰੁਲਦਾ ਫਿਰਦਾ ਸੀਗਾ। ਸੋ ਉਹ ਜਿਹੜੀ ਜਿਸ ਤਰੀਕੇ ਨਾਲ ਉਹਨਾਂ ਦੀ ਭਾਵਨਾ ਹੈ ਪ੍ਰਧਾਨ ਮੰਤਰੀ ਦੀ ਵੀ ਮੈਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ, ਸੋ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਲੜਾਈ ਬੜੀ ਲੰਬੀ ਸਾਨੂੰ ਲੜਨੀ ਪੈਣੀ ਹੈ। ਸਾਨੂੰ ਜੋਸ਼ ਤੇ ਹੋਸ਼ ਦੋਏ ਕੰਟਰੋਲ ਕਰਨੇ ਪੈਣੇ ਆ। ਸਾਨੂੰ ਉਸ ਤਰ੍ਹਾਂ ਦਾ ਮਾਹੌਲ ਬਣਾਉਣਾ ਪੈਣਾ ਹੈ ਕਿ ਹਰ ਪਰਿਵਾਰ
ਇਹ ਨਾ ਹੋਵੇ ਵੀ ਇੱਕ ਵਾਰੀ ਆਪਾਂ ਜ਼ੋਰ ਲਾ ਕੇ, ਜਿਵੇਂ ਪੰਜਾਬੀਆਂ ਦੀ ਆਦਤ ਹੁੰਦੀ ਵੀ ਇੱਕ ਵਾਰੀ ਤਾਂ ਠੱਡੇ ਟਪਾਉਂਦੇ ਆ, ਮੁੜ ਕੇ ਫਿਰ ਮੁੜ ਕੇ ਠੱਡੇ 'ਚ ਪੈ ਜਾਂਦੇ ਹੁੰਦੇ ਆ। ਬੜੇ ਸੰਘਰਸ਼ ਪੁਰਾਣੇ ਹੋਏ ਆ। ਬਾਪੂ ਉਹ ਕਿਹੜੇ ਸੀ ਜਿਹੜੇ ਸੂਰਤ ਸਿੰਘ, ਪਹਿਲਾਂ ਤਾਂ ਉਹਨਾਂ ਨੂੰ ਬੜਾ ਹੱਥਾਂ ਤੇ ਚੱਕਿਆ, ਬਾਅਦ 'ਚ ਵਿਚਾਰੇ ਨੂੰ ਪੁੱਛਿਆ ਕਿਸੇ ਨੇ ਨਹੀਂ ਉਹ ਕਿਹੜੇ ਹਾਲਾਤ 'ਚ ਨਿਕਲ ਰਿਹਾ। ਪਹਿਲਾਂ ਗੁਰਬਖਸ਼ ਸਿੰਘ ਨਾਲ ਵੀ ਇਹੀ ਹੋਇਆ। ਹੁਣ ਇਹ ਜਿਹੜੇ ਸੰਘਰਸ਼ ਨੇ, ਬਰਗਾੜੀ ਦਾ ਲੇਟੈਸਟ ਆ ਆਪਣਾ, ਬਰਗਾੜੀ ਦਾ ਕਿੱਡਾ ਵੱਡਾ ਬਣ ਗਏ, ਸਰਕਾਰਾਂ ਮੂਹਰੇ ਲਾ ਲੀਆਂ ਸੀ, ਫਿਰ ਉਹ ਤਾਰੋ ਪੀੜ ਹੋ ਗਿਆ। ਸੋ ਇਸ ਵੇਲੇ ਵੀ ਜਿਹੜੇ ਹਾਲਾਤ ਮੈਨੂੰ ਲੱਗਦੇ ਆ ਕਿ ਇਹਦੇ ਵਿੱਚ ਤਾਰੋ ਪੀੜ ਕਰਨ ਦੀ ਸਰਕਾਰ ਕੋਸ਼ਿਸ਼ ਕਰੂਗੀ। ਉਹ ਆਪਣੇ ਬੰਦੇ ਵਿੱਚ ਛੱਡਣਗੇ, ਉਹ ਇਸ ਤਰ੍ਹਾਂ ਦੀਆਂ ਚੁਆਤੀਆਂ ਵੀ ਲਾਉਣ ਦੀ ਕੋਸ਼ਿਸ਼ ਕਰਨਗੇ, ਕਦੇ ਮਜ਼ਦੂਰਾਂ ਨੂੰ ਪਾੜਨ ਦੀ ਕੋਸ਼ਿਸ਼ ਕਰਨਗੇ, ਕਦੇ ਕਿਸਾਨ ਜਥੇਬੰਦੀਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਨਗੇ। ਸੋ ਪੰਜਾਬੀਆਂ ਨੂੰ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬੀਓ, ਤੁਸੀਂ ਸ਼ਾਬਾਸ਼ ਦੇ ਪਾਤਰ ਹੋ। ਇਸ ਵੇਲੇ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ, ਕਿਉਂਕਿ ਆਪਣੀ ਵਜੂਦ ਦੀ ਲੜਾਈ ਹੈ, ਆਪਣੀ ਇਸ ਵੇਲੇ ਹੋਂਦ ਦੀ ਲੜਾਈ ਹੈ। ਕਹਿੰਦੇ ਹੁੰਦੇ ਆ ਕਿ ਪਹਿਲਾਂ ਬੰਦਾ ਆਪਣੇ ਵਜੂਦ ਵਾਸਤੇ ਲੜਦਾ ਹੈ, ਫਿਰ ਉਸ ਤੋਂ ਬਾਅਦ 'ਚੋਂ ਆਪਣੀ ਇੱਜ਼ਤ ਵਾਸਤੇ ਜਾਂ ਹੰਕਾਰ ਵਾਸਤੇ ਲੜਨਾ ਸ਼ੁਰੂ ਕਰਦਾ। ਸੋ ਆਪਣੇ ਵਜੂਦ ਦੀ ਲੜਾਈ ਹੈ, ਉਸ ਦੇ ਵਿੱਚ ਇਹਨਾਂ ਜਿਹੜੇ ਵੀ ਆਹ ਤਾਰੋ ਪੀੜ ਤੁਹਾਡੇ ਸੰਘਰਸ਼ ਨੂੰ ਕਰ ਸਕਦੇ ਆ, ਉਹਨਾਂ ਤੋਂ ਬੜਾ ਸੁਚੇਤ ਹੋ ਕੇ, ਬੜੇ ਠਰਮੇ ਦੇ ਨਾਲ, ਬੜੀ ਲੰਬੀ ਲੜਾਈ ਹੈ ਜਿਹੜੀ ਆਪਾਂ ਨੂੰ ਲੜਨੀ ਹੈ। ਮੈਂ ਸਮਝਦਾ ਅਰਸ਼ੀ ਇਹਦੇ ਵਿੱਚ ਇਹ ਸਾਡਾ ਨੈਤਿਕ ਤੌਰ ਤੇ ਫਰਜ਼ ਵੀ ਬਣਦਾ ਇੱਕ ਪਲੇਟਫਾਰਮ ਤੇ ਜਦੋਂ ਆਪਾਂ ਬੈਠੇ ਹਾਂ ਕਿ ਆਪਾਂ ਨੂੰ ਅਪੀਲ ਕਰੀਏ, ਕਿਉਂਕਿ ਸਾਡੇ ਕੋਲ ਪੇਸ਼ੈਂਸ ਦੀ ਕਮੀ ਹੈਗੀ ਹੈ, ਸਾਡੇ ਕੋਲ ਪੇਸ਼ੈਂਸ ਰੱਖਣਾ ਪੈਣਾ ਹੈਗਾ ਆ, ਕਿਉਂਕਿ ਇਹ ਜਿਹੜੀ ਲੜਾਈ ਜਿਵੇਂ ਤੁਸੀਂ ਦੱਸਿਆ ਹੈਗਾ ਬਹੁਤ ਲੰਬੀ ਹੈਗੀ ਹੈ। ਇਹਦੇ ਵਿੱਚ ਜਿਵੇਂ ਮਜ਼ਦੂਰਾਂ ਨੂੰ ਵੀ ਹੁਣ ਜਿਹੜਾ ਦੂਜਾ ਨਵਾਂ ਬਿੱਲ ਪਾਸ ਕੀਤੇ ਗਏ ਆ, ਉਦੋਂ ਜਿਹੜੇ ਖਤਮ ਕਰਨ ਤੋਂ ਪਹਿਲਾਂ, ਸਰਕਾਰ ਨੂੰ ਡਿਸਮਿਸ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਬਿੱਲ 7 ਫਟਾਫਟ ਚ ਜਿਹੜੇ ਕਰ ਦਿੱਤੇ ਹੈਗੇ ਆ ਪਾਸ, ਉਹਨਾਂ ਦੇ ਵਿੱਚ ਇੱਕ ਮਜ਼ਦੂਰਾਂ ਦਾ ਵੀ ਬਿੱਲ ਹੈਗਾ ਆ। ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਉਹਦੇ ਵਿੱਚ ਮਜ਼ਦੂਰ ਜਿਹੜੇ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਉਹ ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹਦੇ ਵਿੱਚ 300 ਮਜ਼ਦੂਰ ਵੀ ਕੰਮ ਕਰਦੇ ਨੇ, ਉਹ ਕੰਪਨੀਆਂ ਵੀ ਵੱਡੀਆਂ ਕੰਪਨੀਆਂ ਵੀ ਕਿਸੇ ਨੂੰ ਪੁੱਛੇ ਦੱਸੇ ਬਿਨਾਂ ਉਹ ਮਜ਼ਦੂਰਾਂ ਨੂੰ ਕੰਮ ਤੋਂ ਬਾਹਰ ਕੱਢ ਸਕਦੀਆਂ, ਤੇ ਜਿਹਦੇ ਵਿੱਚ ਇਹ ਵੀ ਅਧਿਕਾਰ ਖੋਲਿਆ ਗਿਆ ਕਿ ਉਹ ਹੜਤਾਲ ਵੀ ਨਹੀਂ ਕਰ ਸਕਣਗੇ। ਇਹ ਤਾਂ ਕਾਲੇ ਕਾਨੂੰਨ ਨੇ, ਇਹ ਜਿਹੜੇ ਕਾਲੇ ਕਾਨੂੰਨ ਨੇ ਜਿਹੜੇ ਇਹ ਤਾਂ ਹੀ ਤਾਂ ਕਹਿੰਦੇ ਨੇ ਜੀ ਇਹ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਸ ਵੇਲੇ। ਮਤਲਬ ਪਾਰਲੀਮੈਂਟ 'ਚ ਬੈਠ ਕੇ ਜਿਸ ਤਰੀਕੇ ਨਾਲ ਇਹ ਫੈਸਲੇ ਲਏ ਜਾ ਰਹੇ ਆ, ਇਹ ਲੋਕਾਂ ਦੇ ਤਾਂ ਫੈਸਲੇ ਨਹੀਂ ਹਨ, ਇਹ ਤਾਂ ਡਿਕਟੇਟਰਸ਼ਿਪ ਵਾਲੇ ਫੈਸਲੇ ਨੇ ਜਿਹੜੇ ਲਏ ਜਾ ਰਹੇ ਆ। ਔਰ ਤਾਕਤ ਦੇ ਵਿੱਚ ਅੰਨੀਆਂ ਹੋਈਆਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸਾਰੇ ਲੋਕਾਂ ਦੇ ਚੁਣੇ ਹੋਏ ਨੇ। ਜਾਂ ਤਾਂ ਉਹਨਾਂ ਨੂੰ ਇੱਕ ਨਾ ਕੋਈ ਦੇਖੋ, ਮੇਰਾ ਸ਼ੰਕਾ ਹੈ, ਜਾਂ ਮੈਂ ਬੜੀ ਦੇਰ ਤੋਂ ਇਹ ਗੱਲ ਕਹਿੰਦਾ ਵੀ ਆ ਰਿਹਾ, ਮੈਂ ਸਨ 2012 'ਚ ਇੱਕ ਰੇਡੀਓ ਤੇ ਗੱਲ ਕਰ ਦੇਖਿਆ ਕਿ ਹਾਲਾਤ ਇਦਾਂ ਦੇ ਬਣਦੇ ਜਾਂਦੇ ਆ ਕਿ ਸਾਡੇ ਦੇਸ਼ 'ਚ ਸਿਵਲ ਵਾਰ ਨਾ ਲੱਗ ਜੇ, ਵੀ ਲੋਕਾਂ ਦਾ ਹਾਲਾਤ। ਉਦੋਂ ਬਹੁਤ ਸਾਰੇ ਮੈਨੂੰ ਦੋਸਤ ਮਿੱਤਰ ਕਹਿੰਦੇ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ, ਕਿਉਂਕਿ ਆਪਾਂ ਨੂੰ ਦੂਰੋਂ ਮਹਿਸੂਸ ਹੋਣ ਲੱਗ ਜਾਂਦਾ ਵੀ ਜਿਸ ਤਰੀਕੇ ਦੀਆਂ ਤਾਕਤਾਂ ਹੁਣ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਜਿਹੜਾ ਸਾਡੇ ਦੇਸ਼ ਦੇ ਵਿੱਚ ਜਿਹੜਾ ਬਚਪਨ ਤੋਂ ਅਰਸ਼ ਜੀ ਆਪਾਂ ਨੇ ਵੀ ਸਾਰਿਆਂ ਨੇ ਸੁਣਿਆ ਕਿ ਭਾਰਤ ਏਕ ਔਰ ਧਰਮ ਅਨੇਕ, ਪਰ ਹੁਣ ਦੇਖਿਆ ਕੋਈ, ਹੁਣ ਤਾਂ ਜਿਸ ਤਰੀਕੇ ਨਾਲ ਹੌਲੀ ਹੌਲੀ ਚੱਲਦਾ ਜਾ ਰਿਹਾ ਹੈ ਕਿ ਇੱਕ ਭਾਰਤ ਇੱਕੋ ਮੰਡੀ, ਇੱਕ ਭਾਰਤ ਇੱਕੋ ਫਲਾਣਾ। ਇਹ ਤਾਂ ਇਹ ਵੀ ਹੋ ਸਕਦਾ ਕਿ ਆਉਂਦੇ ਸਮੇਂ 'ਚ ਇਹ ਕਹਿਣ ਵੀ ਇੱਕ ਭਾਰਤ ਤੇ ਇੱਕੋ ਧਰਮ ਹੋਊਗਾ, ਬਾਕੀ ਨੂੰ ਅਸੀਂ ਉਹ ਨਹੀਂ ਕਰਨਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਤਾਂ ਦੁਨੀਆ ਤਾਂ ਚੰਦ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਪਤਾਲ ਵੱਲ ਨੂੰ ਮੂੰਹ ਕੀਤਾ ਹੋਇਆ ਹੈ। ਪਤਾ ਨਹੀਂ ਕਿਹਨੂੰ ਕਿਹੜੀ ਸਭ ਤੋਂ ਮਾੜੀ ਦਵਾਈ ਖਾਈ ਹੋਗੀ ਜਿਹੜੀ ਸੋਚਣਾ ਇਹੋ ਜਿਹਾ ਸ਼ੁਰੂ ਕਰਤਾ ਸਰ। ਬਿਲਕੁਲ, ਬਹੁਤ ਵਧੀਆ ਕਿਹਾ ਕਿ ਕੱਲ ਨੂੰ ਇਹ ਵੀ ਕਹਿ ਸਕਦੇ ਕਿ ਇੱਕ ਭਾਰਤ ਤੇ ਇੱਕ ਪਾਰਟੀ ਬਸ ਇਹੀ ਰਾਜ ਕਰੂਗੀ। ਕੁਝ ਵੀ ਹੋ ਸਕਦਾ ਹੈਗਾ ਆ, ਸਾਨੂੰ ਖੁਦ ਨੂੰ ਸੋਚਣਾ ਪੈਣਾ ਕਿ ਅਸੀਂ ਕੀ ਕਰ ਰਹੇ ਹੈਗੇ। ਸਾਡੀ ਵੀ ਗਲਤੀ ਹੈ ਇੱਥੇ, ਅਸੀਂ ਅੱਖਾਂ ਬੰਦ ਕਰਕੇ ਇੱਕ ਦੂਜੇ ਦੇ ਮਗਰ ਲੱਗ ਕੇ ਅਸੀਂ ਸਰਕਾਰਾਂ ਚੁਣ ਲਈਆਂ ਹੈਗੀਆਂ ਨੇ, ਕਿਸੇ ਲਾਲਚ ਆ ਕੇ ਸਰਕਾਰਾਂ ਚੁਣ ਲਈਆਂ ਹੈਗੀਆਂ ਨੇ। ਕਿਉਂਕਿ ਜਿਹੜੇ ਤਾਂ ਪੜ੍ਹੇ ਲਿਖੇ ਹੈਗੇ ਨੇ ਉਹ ਫਿਰ ਵੀ ਡਿਸੀਜ਼ਨ ਲੈ ਰਹੇ ਨੇ, ਪਰ ਜਿਹੜੇ ਲੋਕ ਜਿਹੜੇ ਅਜੇ ਘੱਟ ਪੜ੍ਹੇ ਲਿਖੇ ਹੈਗੇ ਨੇ, ਮੀਡੀਅਮ ਵਰਗ ਦੇ ਹੈਗੇ ਨੇ ਜਾਂ ਲੋਅਰ ਵਰਗ ਦੇ ਹੈਗੇ ਨੇ, ਉਹਨਾਂ ਨੂੰ ਸਿਰਫ ਇੱਕ ਲਾਲਚ ਦੇ ਕੇ ਕਿ ਅਸੀਂ ਤੁਹਾਨੂੰ ਕੋਈ ਲਾਲਚ ਦੇ ਦਿੱਤਾ ਹੈਗਾ, ਕੱਲ ਨੂੰ ਤੁਹਾਡੇ ਘਰ ਬਣਵਾ ਦੇਵਾਂਗੇ, ਅਸੀਂ ਤੁਹਾਨੂੰ ਇਹ ਦੇ ਦੇਵਾਂਗੇ। ਸੋ ਇਹ ਲਾਲਚ ਦੇ ਕੇ ਜਿਹੜੇ ਹੈਗੀਆਂ ਵੋਟਾਂ ਪਵਾ ਲਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਸਰਕਾਰਾਂ ਬਣ ਜਾਂਦੀਆਂ ਨੇ। ਸਾਨੂੰ ਖੁਦ ਨੂੰ ਸੋਚਣਾ ਪੈਣਾ, ਸਾਨੂੰ ਸੋਚਣਾ ਪੈਣਾ ਕਿ ਅਸੀਂ ਗਾਂ ਕੀ ਕਰਾਂਗੇ, ਕਿਉਂਕਿ ਜਿਹੜਾ ਸਾਰਾ ਸੈਕਟਰ ਹੈਗਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਵੇਚਿਆ ਜਾ ਰਿਹਾ, ਪ੍ਰਾਈਵੇਟ ਕੀਤਾ ਜਾ ਰਿਹਾ ਸਾਰਾ ਕੁਝ। ਜਦੋਂ ਪ੍ਰਾਈਵੇਟ ਹੱਥਾਂ ਦੇ ਵਿੱਚ ਜਦੋਂ ਚੀਜ਼ ਚਲੀ ਜਾਂਦੀ ਹੈ ਤੇ ਫਿਰ ਜਦੋਂ ਲੋਕਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤੇ ਫਿਰ ਮੂੰਹ ਵੀ ਨਹੀਂ ਦੇਖਦੇ ਉਹ ਕਿ ਲੋਕ ਕੀ ਕਰ ਰਹੇ ਨੇ, ਲੋਕਾਂ ਦੇ ਲਈ ਕੀ ਸਹੀ ਹੈਗਾ ਆ। ਉਹ ਦੇਖਦੇ ਵੀ ਨਹੀਂ ਹੈਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਪੈਦਾ ਹੋ ਗਏ ਨੇ। ਹੁਣ ਤੁਸੀਂ ਕਿਹਾ ਕਿ ਇਹ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ। ਇੱਥੇ ਵੀ ਸਾਨੂੰ ਸੂਝ ਬੂਝ ਦੇ ਨਾਲ ਕੰਮ ਕਰਨਾ ਪੈਣਾ ਹੈਗਾ ਆ ਕਿ ਅਸੀਂ ਕਿਸੇ ਵੀ ਪਾਰਟੀ ਦੇ ਜਿਹੜੇ ਹੈਗੇ ਗੱਲਾਂ ਦੇ ਵਿੱਚ ਨਾ ਆਈਏ। ਹੁਣ ਇਹ ਹੋ ਰਿਹਾ ਹੈਗਾ ਆ, ਹੁਣ ਸੋਧ ਵੀ ਹੋ ਸਕਦੀ ਹੈ ਕਿ ਇਹਨਾਂ ਬਿੱਲਾਂ ਦੇ ਵਿੱਚ ਕੀ ਰੋਕ ਸਕਦਾ ਹੈਗਾ, ਕਿਉਂਕਿ ਹੁਣ ਇਹ ਸਾਡੇ ਜੋ ਰਾਮਨਾਥ ਕੋਵਿੰਦ ਜੀ ਨੇ, ਸਾਡੇ ਰਾਸ਼ਟਰਪਤੀ ਨੇ, ਉਹਨਾਂ ਦੇ ਹੱਥ ਦੇ ਵਿੱਚ ਚਲਾ ਗਿਆ ਹੈਗਾ ਕਿ ਉਹਨਾਂ ਨੇ ਦਸਤਖਤ ਕਰਨੇ ਆ ਕਿ ਨਹੀਂ ਕਰਨੇ। ਹੁਣ
ਕੀ ਭਵਿੱਖ ਕੀ ਹੋਣ ਵਾਲਾ ਹੈ? ਆਉਣ ਵਾਲਾ ਸਮਾਂ ਜਿਹੜਾ ਹੋਣ ਤਾਂ ਵਾਲਾ ਬਹੁਤ ਜ਼ਿਆਦਾ, ਜਿਹੜਾ ਸਾਨੂੰ ਸੰਘਰਸ਼ ਕਰਨਾ ਪੈਣਾ ਆ, ਪਰ ਸੰਘਰਸ਼ ਤੋਂ ਬਾਅਦ ਵੀ ਕਿਤੇ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਕਿ ਬਿੱਲ ਰੁਕ ਜੂ? ਦੇਖੋ, ਜੇਕਰ ਆਪਾਂ ਪੁਰਾਣੀਆਂ ਹਿਸਟਰੀ ਨੂੰ ਦੇਖਦੇ ਹਾਂ ਤਾਂ ਇਹਦੇ 'ਚ ਇੰਪੋਸੀਬਲ ਤਾਂ ਕੁਝ ਨਹੀਂ ਹੈ, ਪਰ ਜਿਸ ਤਰ੍ਹਾਂ ਦੀ ਸਰਕਾਰ ਦਾ ਇਸ ਵੇਲੇ ਦਾ ਮੌਜੂਦਾ ਵਿਵਹਾਰ ਹੈ, ਇਹ ਤਾਂ ਆਪਾਂ ਨੂੰ ਲੱਗਦਾ ਨਹੀਂ ਕਿ ਇਹ ਕੋਈ ਪਿੱਛੇ ਹਟਣ ਦਾ ਇਹਨਾਂ ਦਾ ਇਰਾਦਾ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਸਾਡੀ ਬਹੁਤ ਸੰਮਤੀ ਹੈ, ਅਜੇ ਸਾਡੇ ਕੋਲ 3-4 ਸਾਲ ਪਏ ਹੈ, ਸੋ ਇਹਨਾਂ ਦਾ ਤਾਂ ਹਟਣਾ ਮੁਸ਼ਕਲ ਹੈ। ਹਾਂ, ਇਹ ਹੋ ਸਕਦਾ ਕਿ ਕੱਲ੍ਹ ਨੂੰ ਹਾਲਾਤ ਇਸ ਤਰ੍ਹਾਂ ਦਾ ਤਖਤਾ ਪਲਟੀ ਕੋਈ ਹੋ ਜਾਵੇ, ਕੋਈ ਲੋਕ ਇੱਕੋ ਪਾਸੇ ਹੋ ਜਾਣ, ਤਾਂ ਜਿਸ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਤਬਦੀਲੀ ਇੱਕੋ ਦਮ ਆਈ ਹੈ, ਸਾਰੀਆਂ ਪਾਰਟੀਆਂ ਇਕਮੁੱਠ ਹੋਈਆਂ ਨੇ, ਤਾਂ ਉਸ ਮਾਮਲੇ 'ਚ ਜੇਕਰ ਨਵੀਂ ਸਰਕਾਰ ਆ ਜਾਂਦੀ ਹੈ, ਉਹ ਵੀ ਬਹੁਮਤ ਦੇ ਨਾਲ ਆ ਜਾਂਦੀ ਹੈ, ਉਹ ਦੋਵਾਂ ਸਦਨਾਂ 'ਚ ਅਮੈਂਡਮੈਂਟ ਕਰ ਲੈਂਦੀਆਂ ਨੇ। ਬਹੁਤ ਸਾਰੇ ਕਾਨੂੰਨ ਬਣੇ ਆ ਪਹਿਲਾਂ, ਤੇ ਉਹਨਾਂ ਦੇ 'ਚ ਹਮੇਸ਼ਾ ਅਮੈਂਡਮੈਂਟ ਹੁੰਦੀਆਂ ਰਹੀਆਂ ਨੇ, ਸੋਧਾਂ ਹੁੰਦੀਆਂ ਰਹੀਆਂ ਨੇ, ਸੋ ਉਸ ਦੇ ਵਿੱਚ ਪੋਸੀਬਿਲਿਟੀ ਤਾਂ ਹੈਗੀ ਹੈ ਵੀ ਕੀਤੀ ਜਾ ਸਕਦੀ ਹੈ। ਔਰ ਇਸ ਵੇਲੇ ਇਹ ਵੀ ਹੋ ਸਕਦਾ ਸੀ ਕਿ ਹਾਂ, ਇਸ ਦੇ ਵਿੱਚ ਸਿਲੈਕਟ ਕਮੇਟੀ, ਵੈਸੇ ਤਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਸੀ, ਉਹਨਾਂ ਦਾ ਰੌਲਾ ਇਸ ਗੱਲ ਦਾ ਸੀ ਕਿ ਅਸੀਂ ਹੀਰੋ ਕਿਵੇਂ ਬਣ ਸਕਦੇ ਹਾਂ। ਉਹਨਾਂ ਦਾ ਸਾਰਾ ਇਸ ਗੱਲ ਦਾ ਸੀ ਕਿ ਆਪਾਂ ਇਹਨੂੰ ਸਿਲੈਕਟਿਵ ਕਮੇਟੀ ਕੋਲ ਪਹੁੰਚ ਦਈਏ, ਕਿਉਂਕਿ ਅੱਗੇ ਚੋਣਾਂ ਆ ਰਹੀਆਂ ਨੇ ਪੰਜਾਬ 'ਚ, ਤੇ ਜੋ ਸਿਲੈਕਟ ਕਮੇਟੀ ਕੋਲ ਚਲੀ ਗਈ 1-2 ਸਾਲ ਡਿਲੇ ਹੋ ਜੂਗੀ, ਇੱਧਰ ਚੋਣਾਂ ਨਿਕਲ ਜਾਣਗੀਆਂ, ਫਿਰ ਭਾਵੇਂ ਆਹੀ ਫੈਸਲਾ ਆ ਜੇ, ਫਿਰ ਉਹਨਾਂ ਨੂੰ ਕੋਈ ਤਕਲੀਫ ਨਹੀਂ ਸੀ, ਕੋਈ ਦੁੱਖ ਤਕਲੀਫ ਨਹੀਂ ਸੀ ਵੀ ਕਿਸਾਨਾਂ ਨਾਲ ਕੀ ਹੁੰਦਾ। ਸੋ ਇਹ ਵੀ ਹੋ ਸਕਦਾ ਸੀ ਕਿ ਸਿਲੈਕਟ ਕਮੇਟੀ ਕੋਲ ਭੇਜ ਦਿੱਤੀ ਜਾਂਦੀ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਬੜੀ ਸੋਚੀ ਸਮਝੀ ਇੱਕ ਮਤਲਬ ਸਾਜ਼ਿਸ਼ ਬਣਾਈ ਗਈ ਕਿ ਇਹਨਾਂ ਦਿਨਾਂ ਵਿੱਚ ਇੱਕ ਤਾਂ ਕੋਵਿਡ ਦੀ ਮਾਰ ਬਹੁਤ ਆ, ਦੂਜੇ ਪਾਸੇ ਫਸਲਾਂ ਆਈਆਂ ਪਈਆਂ ਨੇ, ਪ੍ਰੋਟੈਸਟ ਕਿਸਾਨਾਂ ਤੋਂ ਕਰ ਨਹੀਂ ਹੋਣਾ, ਇਹਨਾਂ ਦਿਨਾਂ ਵਿੱਚ ਆਪਾਂ ਕਰ ਦਿਓ ਤਾਂ ਜੋ ਆਪਣੀਆਂ ਫਸਲਾਂ ਦੇ ਵਿੱਚ ਉਲਝ ਜਾਣਾ, ਇਹਨਾਂ ਦਾ ਸਾਰਾ ਤਾਰੋ ਪੀੜ ਹੋ ਜੇ ਤੇ ਆਪਣਾ ਸਾਰੇ ਦਾ ਸਾਰਾ ਮੁਕਾਮ ਹਾਸਲ ਹੋ ਜੇ। ਪਰ ਲੋਕਾਂ ਨੇ ਸਾਰੀ ਇਸ ਬਿਮਾਰੀ ਦੀ ਬੇਪਰਵਾਹੀ ਤੋਂ ਹੋ ਕੇ ਜਿਸ ਤਰੀਕੇ ਨਾਲ ਸੜਕਾਂ ਤੇ ਆ ਗਿਆ, ਇਹਨਾਂ ਨੂੰ ਸੋਚਣ ਵਾਸਤੇ ਤਾਂ ਮਜਬੂਰ ਉਹਨਾਂ ਨੇ ਕਰਤਾ। ਕੱਲ ਵੀ ਧਰਨੇ ਪ੍ਰਦਰਸ਼ਨ ਜਿਹੜੇ ਵੱਡੇ ਸੀ, ਉੱਥੇ ਹੈਲੀਕਾਪਟਰਾਂ ਰਾਹੀਂ ਦੇਖਦੇ ਸੀ ਵੀ ਕਿੰਨਾ ਇਕੱਠ ਹੋਇਆ। ਸੋ ਇਹ ਸਾਰੀ ਚੀਜ਼ ਦੇ ਵਿੱਚ ਪੋਸੀਬਿਲਿਟੀਜ਼ ਤਾਂ ਹੈਗੀਆਂ ਨੇ, ਪਰ ਨੀਤ ਤੇ ਨੀਤੀ ਦੋ ਹੁੰਦੀਆਂ ਨਾ ਜੀ। ਨੀਤੀ ਤਾਂ ਹੁੰਦੀ ਹੈ ਵੀ ਕਰ ਲਓ, ਪਰ ਨੀਤ, ਤੁਹਾਡੀ ਜਿਹੜੀ ਨੀਤ ਦੂਰੋਂ ਦਿਖ ਰਹੀ ਆ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ, ਕਾਰਪੋਰੇਟ ਨੂੰ, ਮੈਂ ਤੁਹਾਡੇ ਨਾਲ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਜੀ ਕਿ ਇਹ ਬੜਾ ਮਸ਼ਹੂਰ ਕਹਾਵਤ ਹੈ ਕਿ ਜਿਹੜੇ ਦੇਸ਼ ਦਾ ਰਾਜਾ ਵਪਾਰੀ, ਉਹਦੀ ਜਨਤਾ ਭਿਖਾਰੀ। ਔਰ ਖਾਸ ਤੌਰ ਤੇ ਸਾਡੇ ਤਾਂ ਗੁਜਰਾਤੀ, ਸਾਡੀ ਹਿਸਟਰੀ ਚੱਕ ਕੇ ਦੇਖ ਲਓ, ਜਿੱਡਾ ਸਾਡਾ ਸੰਘਰਸ਼ ਹੋਇਆ ਜਾਂ ਫਿਰ ਜਿੰਨੀਆਂ ਬਾਹਰਲੀਆਂ ਤਾਕਤਾਂ ਆਈਆਂ, ਉਹ ਹਮੇਸ਼ਾ ਗੁਜਰਾਤ ਦੇ ਰਾਹੀਂ ਭਾਰਤ ਦੇ ਵਿੱਚ ਐਂਟਰ ਹੋਈਆਂ ਨੇ। ਔਰ ਜਦੋਂ ਸਾਡਾ ਆਜ਼ਾਦੀ ਦਾ ਸੰਘਰਸ਼ ਹੋਇਆ, ਇੱਕ ਵੀ ਕੋਈ ਬੰਦਾ ਮੈਨੂੰ ਦਿਖਾ ਦਿਓ ਕਿ ਕੋਈ ਗੁਜਰਾਤੀ ਮਰਿਆ ਹੋਵੇ, ਜਾਂ ਉਸ ਤੋਂ ਬਾਅਦ ਚੋਂ ਆ ਹੁਣ ਵੀ ਸੈਨਾਵਾਂ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੁੰਦੀਆਂ ਨੇ, ਬਾਕੀ ਸਾਰੀਆਂ ਸਟੇਟਾਂ ਦੀ ਹੁੰਦੇ ਨੇ, ਤਾਂ ਕਦੇ ਸੁਣਿਆ ਕਦੇ ਗੁਜਰਾਤ ਦਾ ਕਿਸੇ ਨੇ ਸ਼ਹੀਦੀ ਪਾਈ ਹੋਵੇ? ਇਸ ਤੋਂ ਇਲਾਵਾ ਦੂਜੇ ਪਾਸੇ ਜ਼ਰੂਰ ਹੈਗਾ ਕਿ ਜਿੰਨੇ ਵੱਡੇ ਵੱਡੇ ਘੁਟਾਲੇ ਹੋਏ ਨੇ, ਹਰਸ਼ਦ ਮਹਿਤਾ ਤੋਂ ਲੈ ਕੇ ਚਾਹੇ ਰਾਫੇਲ ਦੇ ਜਹਾਜ਼ ਤੱਕ, ਚਾਹੇ ਨੀਰਵ ਮੋਦੀ ਹੈ, ਚਾਹੇ ਫਲਾਣਾ ਮੋਦੀ ਹੈ, ਜਿੰਨੇ ਵੀ ਬੰਦੇ ਨੇ ਉਹ ਸਾਰੇ ਦੇ ਸਾਰੇ ਗੁਜਰਾਤੀ ਨੇ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਠੱਗੀਆਂ ਲਾਈਆਂ ਨੇ। ਹੁਣ ਖੁਸ਼ਕਿਸਮਤੀ ਇਹ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਗੁਜਰਾਤੀ ਹੈ, ਗ੍ਰਹਿ ਮੰਤਰੀ ਵੀ ਗੁਜਰਾਤੀ ਹੈ। ਸੋ ਉਹ ਜਿਸ ਤਰੀਕੇ ਨਾਲ ਉਹ ਸਾਰੇ ਦਾ ਸਾਰਾ ਪੂੰਜੀਪਤੀਆਂ ਦੇ ਨਾਲ, ਉਹ ਸਿਰਫ ਧੰਨਾ ਸੇਠਾਂ ਦੇ ਨਾਲ, ਉਹ ਕਾਰੋਬਾਰੀਆਂ ਦੇ ਨਾਲ ਰਲ ਕੇ ਆ ਜਿਹੜੀ ਦੇਸ਼ ਦੀ ਬਹੁਤ ਵੱਡੀ ਆਬਾਦੀ ਹੈ, ਇਹਦਾ ਗਲ ਘੁੱਟਣ ਲੱਗੇ ਹੋਏ ਨੇ। ਸੋ ਇਹ ਬਹੁਤ ਜ਼ਿਆਦਾ ਖਤਰਨਾਕ ਰੁਝਾਨ ਹੈ। ਸੋ ਇਸ ਕਰਕੇ ਇਹਨਾਂ ਦੀ ਨੀਤ ਤਾਂ ਨਹੀਂ ਮੈਨੂੰ ਲੱਗਦੀ ਵੀ ਕੋਈ ਤਬਦੀਲ ਕਰਨਗੇ। ਹਾਂ, ਇਨ ਫਿਊਚਰ ਜੇਕਰ ਕੋਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਤਾਂ ਸਰਕਾਰਾਂ ਚੇਂਜ ਕਰ ਸਕਦੀਆਂ। ਬਿਲਕੁਲ। ਹੁਣ ਇਸ ਬਿੱਲ ਦੇ ਉੱਤੇ ਵੀ ਦੇਖਣਾ ਬਣਦਾ ਹੈ ਕਿ ਅੱਗੇ ਕੀ ਹੁੰਦਾ ਹੈਗਾ ਹੈ, ਕੀ ਸਰਕਾਰਾਂ ਫੈਸਲੇ ਲੈਂਦੀਆਂ ਹੈਗੀਆਂ ਨੇ, ਕਦੋਂ, ਕਿਉਂਕਿ ਜਿਹੜੀ ਸੰਸਦ ਹੈਗੀ ਆ ਉਹ ਵੀ ਡਿਸਮਿਸ ਕਰ ਦਿੱਤੀ ਗਈ ਹੈ, ਉਹ ਵੀ ਅਣਮਿੱਥੇ ਸਮੇਂ ਦੇ ਲਈ ਕਰ ਦਿੱਤੀ ਗਈ ਹੈ। ਪਤਾ ਨਹੀਂ ਹੁਣ ਅੱਗੇ ਕੀ ਹੋਣਾ ਹੈ। ਇੱਕ ਪੈਂਡੈਮਿਕ ਚੱਲ ਰਿਹਾ ਹੈਗਾ, ਸਭ ਤੋਂ ਜ਼ਿਆਦਾ ਇਹ ਵੀ ਸੀਗਾ ਕਿ ਇੰਨਾ ਵੱਡਾ ਇਕੱਠ ਕਰਨਾ, ਕਿੱਥੇ ਤਾਂ ਅਸੀਂ 50 ਬੰਦਿਆਂ ਤੇ ਪਾਬੰਦੀ ਲਗਾਈ ਹੋਈ ਹੈ, ਕਿੱਥੇ ਅਸੀਂ ਕਹਿ ਰਹੇ ਹਾਂ ਕਿ ਵਿਆਹ ਸ਼ਾਦੀਆਂ ਨਹੀਂ ਕਰ ਸਕਦੇ, ਕਿੱਥੇ ਅਸੀਂ ਕਹਿ ਰਹੇ ਹਾਂ ਕਿ ਇੱਕ ਦੂਜੇ ਦੇ ਨਾਲ ਇਕੱਠੇ ਨਾ ਹੋਵੋ, ਇੱਕ ਦੂਜੇ ਦੇ ਨਾਲ ਵਿਆਹ ਸ਼ਾਦੀਆਂ ਨਾ ਦੇ ਪ੍ਰੋਗਰਾਮ ਨਾ ਕਰੋ, ਇੱਥੋਂ ਤੱਕ ਕਿ ਤੁਸੀਂ ਫੈਮਿਲੀ ਡਿਨਰ ਵੀ ਆਰਗੇਨਾਈਜ਼ ਨਾ ਕਰੋ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਕਰੋਨਾ ਦੇ ਕੇਸ ਹੈਗੇ ਨੇ ਉਹ ਵੱਧ ਰਹੇ ਨੇ। ਤੇ ਇੱਕ ਪਾਸੇ ਇੰਨੀਆਂ ਵੱਡੀਆਂ ਸੰਖਿਆ ਦੇ ਵਿੱਚ ਰੈਲੀਆਂ ਹੋਣੀਆਂ, ਉੱਥੇ ਹੀ ਜਿਹੜਾ ਲੋਕਾਂ ਦੇ ਵੱਲੋਂ ਲੰਗਰ ਪਕਾਇਆ ਜਾ ਰਿਹਾ ਹੈਗਾ, ਲੋਕਾਂ ਦੇ ਵੱਲੋਂ ਭੋਜਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਫੀਡ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਨੇ। ਹੁਣ ਆਉਣ ਵਾਲਾ ਸਮਾਂ ਦੱਸੂਗਾ ਕੀ ਭਵਿੱਖ ਹੋਊਗਾ। ਸੋ ਜਾਂਦੇ ਜਾਂਦੇ ਕੀ ਮੈਸੇਜ ਹੈਗਾ ਹੈ? ਮੈਸੇਜ ਤਾਂ ਇਹੀ ਹੈ ਜੀ ਵੀ ਸੰਘਰਸ਼ ਸ਼ੁਰੂ ਹੋ ਗਿਆ, ਬਿਗਲ ਵੱਜ ਗਿਆ, ਤੇ ਸਾਡੀ ਆਉਣ ਤੇ ਸ਼ਾਮ ਦੀ ਇਸ ਵੇਲੇ ਲੜਾਈ ਹੈ। ਸਾਨੂੰ ਸਾਰਿਆਂ ਨੂੰ ਯੂਨਾਈਟ ਹੋ ਕੇ ਆਪਣੀ ਕਿਸਾਨੀ ਬਚਾਉਣ ਵਾਸਤੇ ਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਵਾਸਤੇ ਬੜੀ ਸੰਜੀਦਗੀ ਦੇ ਨਾਲ, ਸੰਸੀਅਰਤਾ ਦੇ ਨਾਲ
ਔਰ ਵੱਡੀ ਦੂਰ ਦੀ ਸੋਚ ਰੱਖ ਕੇ ਸਾਰੀਆਂ ਕਿਸਾਨ ਧਿਰਾਂ ਜਿਵੇਂ ਇਕੱਠੀਆਂ ਹੋਈਆਂ ਨੇ। ਪਹਿਲਾਂ ਤਾਂ ਵੈਸੇ ਤਾਂ ਜਿਹੜੀਆਂ ਹੁੰਦੀਆਂ ਨੇ ਜੀ ਰਾਜਨੀਤਿਕ ਜਮਾਤਾਂ, ਇਹਨਾਂ ਨੇ ਇਕੱਠੇ ਨਹੀਂ ਹੋਣਾ ਹੁੰਦਾ ਕਿਉਂਕਿ ਮੌਕਾ ਪ੍ਰਸਤ ਹੁੰਦੇ ਆ। ਜਦੋਂ ਕਿਸਾਨ ਧਿਰਾਂ ਇਕੱਠੀਆਂ ਹੋ ਸਕਦੀਆਂ ਨੇ ਤਾਂ ਇਹਨਾਂ ਦਾ ਵੀ ਚਾਹੀਦਾ ਹੈ ਕਿ ਇਹ ਵੀ ਕਿਤੇ ਨਾ ਕਿਤੇ ਇੱਕ ਸੁਰ ਇੱਕ ਮਤ ਹੋ ਜਾਣ, ਕਿਸਾਨਾਂ ਦੇ ਪਿੱਛੇ ਜਾ ਕੇ ਬੈਠ ਜਾਣ, ਇਹ ਨਾ ਉਹਨਾਂ ਦੇ ਅੱਗੇ ਲੱਗਣ ਦੀ ਕੋਸ਼ਿਸ਼ ਕਰਨ, ਫਿਰ ਉਹਦੇ 'ਚ ਇਹ ਨੁਕਸਾਨ ਝੱਲਣਗੇ। ਪਹਿਲੇ ਤਾਂ ਗੱਲ ਇਹ। ਫਿਰ ਦੂਸਰਾ ਹੈ ਵੀ ਨੌਜਵਾਨ ਵਰਗ ਜਿੰਨਾ ਸੁਚਾਰੂ ਢੰਗ ਨਾਲ, ਜਿੰਨਾ ਜਲਦੀ ਤੋਂ ਜਲਦੀ ਪੜ੍ਹ ਕੇ, ਜਿਹੜੇ ਦੇਸ਼ ਦਾ ਜਿਹੜਾ ਨੌਜਵਾਨ ਵਰਗ ਹੈ ਜਿੰਨਾ ਸੁਚੇਤ ਹੁੰਦਾ ਹੈ, ਪੜ੍ਹਿਆ ਲਿਖਿਆ ਹੁੰਦਾ ਹੈ, ਉਹ ਉਹਨਾਂ ਨੂੰ ਫਿਰ ਖਾਸ ਤੌਰ ਤੇ ਨਾਲੇ ਮਿਨੋਰਟੀ ਬਾਰੇ ਗੱਲ ਕਹੀ ਜਾਂਦੀ ਹੈ, ਮਿਨੋਰਟੀ ਕੈਨ ਨਾਟ ਸਰਵਾਈਵ ਵਿਦਆਊਟ ਅ ਕੁਆਲਿਟੀ। ਸਾਨੂੰ ਕੁਆਲਿਟੀ, ਸਾਨੂੰ ਕੁਆਂਟੀਟੀ ਦੀ ਲੋੜ ਨਹੀਂ ਹੈ। ਜਿਵੇਂ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਿਹਾ ਨਾ ਜੀ ਵੀ ਸਾਡੇ 'ਚ ਬਹੁਤ ਹਿੰਦੂਆਂ ਨੂੰ ਖਤਰਾ ਹੋ ਗਿਆ ਜੀ, ਫਲਾਣਿਆਂ ਨੂੰ ਖਤਰਾ ਹੋ ਗਿਆ। ਤੁਸੀਂ ਘੱਟ ਕੁਆਂਟੀਟੀ 'ਚ ਵੀ ਹੋ ਪਰ ਤੁਹਾਡੀ ਕੁਆਲਿਟੀ ਹੋਣੀ ਚਾਹੀਦੀ ਹੈ। ਸਾਨੂੰ ਕੁਆਲਿਟੀ ਆਪਣੀ ਲੈ ਕੇ ਆਪਣੀ ਲੜਾਈ ਆਪ ਲੜਨੀ ਪੈਣੀ ਹੈ। ਸਾਨੂੰ ਕਿਸੇ ਤੇ ਆਸ ਨਹੀਂ ਹੈ। ਪਰ ਇਸ ਵੇਲੇ ਪੰਜਾਬੀਆਂ ਨੇ ਸਾਬਤ ਕਰਤਾ ਕੱਲ੍ਹ ਤੋਂ ਕਿ ਪੰਜਾਬੀ ਇਕਮੁੱਠ ਵੀ ਹੋ ਸਕਦੇ ਆ, ਲੜਾਈ ਵੀ ਲੜ ਸਕਦੇ ਆ। ਹਾਂ, ਲੰਬੀ ਲੜਾਈ ਕਦੋਂ ਤੱਕ ਲੜ ਸਕਦੇ ਆ ਸਾਡੇ ਵਾਸਤੇ ਚੈਲੰਜ ਹੈ, ਤੇ ਇਹਨੂੰ ਸਾਨੂੰ ਐਕਸੈਪਟ ਕਰਕੇ ਆਪਣਾ ਇਸ ਲੜਾਈ ਦੇ ਵਿੱਚ ਉਤਰਨਾ ਚਾਹੀਦਾ। ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਜਿਹੜੀ ਹੈਗੀ ਆ ਪੂਰੇ ਸ਼ੋਅ ਦੇ ਵਿੱਚ ਦੱਸਿਆ ਹੈਗਾ ਕਿ ਕਿਵੇਂ ਕੀ ਕੁਝ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ। ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਕੋਈ ਸੋਧ ਆਵੇ, ਨਵਾਂ ਬਿੱਲ ਹੋਵੇ ਜਾਂ ਕੈਂਸਲ ਹੋਵੇ। ਸੋ ਉਮੀਦ ਹੈ ਕਿ ਚੰਗਾ ਨਤੀਜਾ ਜਿਹੜਾ ਸਾਹਮਣੇ ਆਊਗਾ। ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ, ਸ਼ੁਕਰੀਆ ਜੀ। ਏਕਤਾ ਵਿੱਚ ਬਲ ਹੈ, ਕਹਿੰਦੇ ਯੂਨਿਟੀ ਇਜ਼ ਸਟਰੈਂਥ। ਜੇ ਅਸੀਂ ਇੱਕ ਹੋ ਕੇ ਕੋਈ ਵੀ ਫੈਸਲਾ ਕਰਦੇ ਹਾਂ, ਕਿਸੇ ਵੀ ਜ਼ੁਲਮ ਦੇ ਖਿਲਾਫ ਖੜੇ ਹੁੰਦੇ ਹਾਂ, ਤਾਂ ਸਾਨੂੰ ਉਹਦੇ ਵਿੱਚ ਜਿੱਤ ਜ਼ਰੂਰ ਮਿਲਦੀ ਹੈਗੀ ਹੈ। ਅਸੀਂ ਉਹਦੇ ਵਿੱਚ ਵਿਕਟਰੀ ਜ਼ਰੂਰ ਹਾਸਲ ਕਰਦੇ ਹੈਗੇ ਹਾਂ। ਸੋ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਹੇ ਨੇ। ਉਮੀਦ ਕਰਦੇ ਹਾਂ ਕਿ ਅਗਲੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਸਾਰੇ ਇਕਜੁੱਟ ਹੋ ਕੇ, ਇਕਮੁੱਠ ਹੋ ਕੇ ਜਿਹੜੇ ਇਹ ਬਿੱਲ ਹੈਗੇ ਆ ਉਹਨਾਂ ਦੇ ਖਿਲਾਫ ਅੱਗੇ ਆਉਣਗੇ ਤੇ ਆਪਣੇ ਹੱਕ ਦੇ ਲਈ, ਸੱਚ ਦੇ ਲਈ ਮੈਦਾਨ ਦੇ ਵਿੱਚ ਨਿੱਤਰਦੇ ਰਹਿਣਗੇ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਤੁਹਾਡੇ ਤੱਕ ਇਸ ਤਰ੍ਹਾਂ ਹੀ ਲੈ ਕੇ ਆਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।